ਕਾਂਛੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਦੇ ਨਾਲ ਜੈ ਗੁਰਦੇਵ ਤੇ ਗੁੱਡ ਈਵਨਿੰਗ ਜੀ। ਅਸੀਂ ਮੈਂ ਪੰਜਾਬ ਦੇ ਵਿੱਚ ਆ ਬੈਠੇ ਹਾਂ। ਹੋ ਸਕਦਾ ਤੁਸੀਂ ਵੀ ਸਾਰੇ ਭੈਣ ਭਰਾ ਰੈਡੀ ਹੋਵੋਗੇ ਤੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ, ਬੱਚਿਆਂ ਦੇ ਨਾਲ ਠੀਕ ਠਾਕ ਹੋਵੋਗੇ ਤੇ ਆਪਣਾ ਚਾਹ ਪਾਣੀ ਲੈ ਕੇ ਬੈਠੇ ਹੋਵੋਗੇ ਕਿ ਠੰਡ ਕਾਫੀ ਹੋਈ ਆ, ਸਨੋ ਪਈ ਹੋਈ ਆ ਤੇ ਬੱਚੇ ਤਾਂ ਕਾਫੀ ਸਨੋ ਦੇ ਵਿੱਚ ਖੁਸ਼ ਆ। ਕਹਿੰਦੇ ਸਨੋ ਮੱਚੀ ਪਈ ਆ, ਕ੍ਰਿਸਮਸ ਤੇ ਚਾਹੁੰਦੇ ਸੀਗੇ ਤੇ ਹੁਣ ਪਈ ਆ। ਬੱਚੇ ਬਾਹਰ ਖੇਡਦੇ ਆ ਸਨੋ ਦੇ ਨਾਲ ਤੇ ਬਾਕੀ ਠੰਡ ਤੋਂ ਬਚ ਕੇ ਰਹੋ। ਸਾਰੇ ਭੈਣ ਭਰਾ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਰਹੋ ਤੇ ਅਸੀਂ ਇਹਨਾਂ ਦੀ ਬਸ ਇਹੀ ਦੁਆ ਕਰਦੇ, ਜਿੰਨੇ ਵੀ ਸਾਡੇ ਸਿਆਣੇ ਆ ਸਾਰੇ ਘਰ ਦੇ ਵਿੱਚ ਠੀਕ ਠਾਕ ਰਹਿਣ, ਬੱਚੇ ਵੀ ਠੀਕ ਠਾਕ ਰਹਿਣ ਤੇ ਆਪਾਂ ਮੁੜ ਕੇ ਤੁਹਾਨੂੰ ਦੱਸਦੇ ਹਾਂ। ਤੁਸੀਂ ਬੁਲਾ ਲਓ ਜੀ ਪਹਿਲਾਂ। ਜੈ ਗੁਰਦੇਵ। ਆਪ ਸਭ ਨੂੰ ਜੈ ਗੁਰਦੇਵ ਜੀ, ਸਤਿ ਸ੍ਰੀ ਅਕਾਲ ਜੀ ਤੇ ਵੈਰੀ ਗੁੱਡ ਈਵਨਿੰਗ ਜੀ। 25 ਜਨਵਰੀ 2021 ਦਿਨ ਸੋਮਵਾਰ 6 ਵੱਜ ਚੁੱਕੇ। ਹਰ ਸੋਮਵਾਰ 6 ਵਜੇ ਤੁਹਾਡੇ ਲਈ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ ਕਾਂਛੀ ਟੀਵੀ ਤੋਂ। ਮੈਂ ਬਲਵੀਰ ਸਿੰਘ ਰਾਏ ਤੇ ਮੇਰੇ ਨਾਲ ਰਾਣੀ ਰਾਏ ਜੀ। ਸੋ ਮੌਸਮ ਜਿਹੜਾ ਆ ਉਹ ਵੀ ਬੜਾ ਠੰਡਾ ਹੋ ਗਿਆ ਹੈਗਾ, ਖਰਾਬ ਹੋਇਆ ਕਾਫੀ। ਹਾਂਜੀ ਤੇ ਸਨੋ ਪੈਣ ਨਾਲ ਥੋੜ੍ਹੀ ਜਿਹੀ ਹੋ ਜੰਮ ਵੀ ਗਈ ਆ ਕਿਉਂਕਿ ਟੈਂਪਰੇਚਰ ਕਾਫੀ ਲੋ ਆ ਜੀ। ਤੇ ਕੱਲ੍ਹ ਨੂੰ ਉਮੀਦ ਕੀਤੀ ਜਾ ਸਕਦੀ ਹੈ ਬਈ ਥੋੜ੍ਹਾ ਬਹੁਤਾ ਕਹਿੰਦੇ ਮੀਂਹ ਹੋਊਗਾ, ਹਾਂਜੀ ਰੇਨ ਹੋਊਗੀ ਤੇ ਸ਼ਾਇਦ ਉਹਦੇ ਨਾਲ ਇਹ ਘੁਲ ਮਿਲ ਜਾਵੇ ਤੇ ਥੋੜਾ ਚੱਲਣਾ ਸੌਖਾ ਹੋ ਜਾਊਗਾ। ਲੋਕਾਂ ਨੂੰ ਅਜੇ ਸਲਿੱਪਰੀ ਆ ਕਾਫੀ ਤੇ ਤੁਰਨਾ ਔਖਾ ਹੋਇਆ ਆ। ਵੈਸੇ ਵੀ ਮੁਸ਼ਕਲ ਹੋਈਆਂ ਹਾਂ, ਕਈ ਜਗ੍ਹਾ ਤੇ ਥੋੜਾ ਜਿਹਾ ਔਖਾ ਹੈ ਜਿੱਥੇ ਗੱਡੀਆਂ ਘੱਟ ਤੁਰੀਆਂ ਸਵੇਰ ਦੀਆਂ, ਪਰ ਜਿੱਥੇ ਤੁਰੀਆਂ ਫਿਰਦੀਆਂ ਉੱਥੇ ਥੋੜਾ ਜਿਹਾ ਚੱਲ ਪਿਆ। ਤੇ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ 2-3 ਤਰ੍ਹਾਂ ਦੀਆਂ ਜੀ। ਪਹਿਲੀ ਗੱਲ ਤਾਂ ਅਸੀਂ ਕੱਲ੍ਹ ਨੂੰ 26 ਜਨਵਰੀ ਹੈਗੀ ਆ ਜੀ, ਉਹਦੀ ਗੱਲਬਾਤ ਵੀ ਕਰਨੀ ਆ ਤੇ ਦੂਜੀ ਗੱਲ ਅਸੀਂ ਵਾਇਰਸ ਬਾਰੇ ਵੀ ਕਰਾਂਗੇ ਜੀ, ਵੀ ਕੀ ਗਤੀਵਿਧੀਆਂ ਹੈਗੀਆਂ ਔਰ ਕਿੱਦਾਂ ਇਹਦਾ ਵਾਧਾ ਘਾਟਾ ਹੋ ਰਿਹਾ ਔਰ ਕੀ ਕੁਛ ਅਸੀਂ ਕਰ ਰਹੇ ਹੈਗੇ। ਹਾਂਜੀ। ਔਰ ਤੀਜੀ ਗੱਲ ਜੇ ਅਸੀਂ 26 ਜਨਵਰੀ ਦੀ ਗੱਲ ਕੀਤੀ ਤੇ ਨਾਲ ਅਸੀਂ ਜਿਹੜਾ ਉੱਥੇ ਸਾਡਾ ਪ੍ਰੋਟੈਸਟ ਚੱਲਦਾ ਹੈਗਾ ਮਜ਼ਦੂਰ ਕਿਸਾਨ ਏਕਤਾ ਦੇ ਬਾਰੇ ਹੈਗਾ ਆ, ਵੀ ਸਾਰੇ ਲੋਕ ਉੱਥੇ ਗਏ ਹੋਏ ਹੈਗੇ ਆ ਇੱਕ ਦੂਜੇ ਦੀ ਸਪੋਰਟ ਕਰਨ ਲਈ, ਵੀ ਇਹ ਗੱਲਬਾਤ ਜਿਹੜੀ ਕੋਈ ਸੁਧਰ ਜਾਵੇ ਜੀ ਤੇ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਤੁਹਾਡੇ ਕੋਲ ਜੇ ਕੋਈ ਨਵੀਂ ਗੱਲਬਾਤ ਹੋਵੇ ਤੁਸੀਂ ਵੀ ਗੱਲਬਾਤ ਕਰਕੇ ਹਿੱਸਾ ਲੈ ਸਕਦੇ ਆ। ਸਾਡਾ ਟੈਲੀਫੋਨ ਨੰਬਰ ਜਿਹੜਾ 01215024304 ਇਸ ਨੰਬਰ ਦੇ ਉੱਤੇ ਡਾਇਲ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਲਿਓ। ਔਰ ਗੱਲਬਾਤ ਦੇ ਵਿੱਚ ਜੇ ਅਸੀਂ ਪਹਿਲੀ ਗੱਲਬਾਤ ਕਰੀਏ ਤਾਂ ਜਿਹੜੀ ਉਹ ਅਸੀਂ ਕਰਦੇ ਹੈਗੇ ਆ 26 ਜਨਵਰੀ ਦੀ ਜੀ। 26 ਜਨਵਰੀ ਸਾਡਾ ਗਣਤੰਤਰ ਦਿਵਸ ਹੈ ਜਿਹੜਾ ਕਿ ਜਦੋਂ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਜੀ, ਉਹ ਕੱਲ੍ਹ ਨੂੰ ਆ। ਪਰ ਉੱਥੇ ਇਸ ਗੱਲ ਦਾ ਜੇ ਉਹਦੀਆਂ ਵਧਾਈਆਂ ਅਸੀਂ ਸਾਰਿਆਂ ਦਿੰਦੇ ਹਾਂ ਵੀ ਉਹ ਚਲੋ ਅਸੀਂ ਉਸ ਵੇਲੇ ਗੋਰਿਆਂ ਦੇ ਅੰਡਰ ਸੀ, ਹੁਣ ਅਸੀਂ ਫਿਰ ਗੋਰਿਆਂ ਦੇ ਅੰਡਰ ਆ, ਗੋਰਿਆਂ ਤੇ ਮਗਰੇ ਆਏ ਹੋ ਅਸੀਂ ਜੀ। ਤੇ ਉਹ ਜਿਹੜਾ ਦਿਨ ਸੀ ਤੇ ਉਸ ਦਿਨ ਤੋਂ ਪਹਿਲਾਂ ਚਲੋ ਪਹਿਲਾਂ ਤਾਂ 2-3 ਸਾਲ ਪਹਿਲਾਂ ਅਸੀਂ ਆਜ਼ਾਦ ਹੋ ਗਏ ਸੀ, 47 ਨੂੰ ਹੋ ਗਏ ਸੀ ਆਜ਼ਾਦ ਜੀ। ਤੇ ਫਿਰ ਸੰਵਿਧਾਨ ਬਣਨਾ ਸ਼ੁਰੂ ਹੋ ਗਿਆ, ਫਿਰ 2 ਸਾਲ ਲੱਗ ਗਏ 49 ਦੇ ਵਿੱਚ, ਫਿਰ 26 ਨਵੰਬਰ 49 ਨੂੰ ਇਹ ਸੰਵਿਧਾਨ ਜਿਹੜੀ ਸੰਵਿਧਾਨ ਦੀ ਕਮੇਟੀ ਸੀ ਉਹਨੂੰ ਬਣਾ ਕੇ ਪੇਸ਼ ਕੀਤਾ। ਫਿਰ ਥੋੜ੍ਹਾ ਜਿਹਾ ਹੋਰ ਟਾਈਮ ਲੱਗ ਗਿਆ ਇਹਨੂੰ ਲਾਗੂ ਹੋਣ ਲਈ, ਤਾਂ ਕਰਦਿਆਂ ਫਿਰ 26 ਜਨਵਰੀ ਜਿਹੜੀ ਆ ਉਹਦੇ ਵਜੋਂ ਇਹ ਮਨਾਈ ਜਾਂਦੀ ਆ ਵੀ ਸੰਵਿਧਾਨ ਲਾਗੂ ਹੋਇਆ, ਕਾਨੂੰਨ ਸਾਡੇ ਸ਼ੁਰੂ ਹੋ ਗਏ ਸੀ। ਤੇ ਦੂਜੀ ਗੱਲ ਹੈਗੀ ਆ ਵੀ ਜਿਹੜਾ ਸਾਡਾ ਪਹਿਲਾ ਜਿਹੜਾ ਸੀਗਾ ਨਾ ਐਕਟ ਸੀਗਾ 1935 ਦਾ ਗਵਰਨਮੈਂਟ ਆਫ ਇੰਡੀਆ ਦਾ, ਉਹਦੀ ਜਗ੍ਹਾ ਤੇ ਫਿਰ ਇਹ ਚੱਲ ਪਿਆ ਸੀ ਵੀ ਸਮਾਨਤਾ ਹੋਊਗੀ, ਬਰਾਬਰਤਾ ਹੋਊਗੀ, ਕੋਈ ਜਿਹਾ ਸਾਰਾ ਕੁਛ ਹੋਊਗਾ। ਇੱਦਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਇਹ ਚੱਲ ਪਿਆ ਤੇ ਇਹ ਵਧੀਆ ਹੋਇਆ ਸਾਰਾ ਕੁਛ। ਜਿਹੜੀਆਂ ਮਿਹਨਤਾਂ ਕੀਤੀਆਂ ਉਹਨਾਂ ਨੇ ਸਾਡੇ ਸਿਆਣਿਆਂ ਨੇ ਉਹ ਰੰਗ ਲਿਆਈਆਂ, ਪਰ ਠੀਕ ਆ ਉਹਨਾਂ ਰੰਗ ਨਹੀਂ ਆਇਆ। ਉਹਨਾਂ ਰੰਗ ਜਿੰਨੇ ਉਹਨੇ ਵਿਚਾਰਿਆਂ ਨੇ ਘਾਲਣਾ ਘਾਲੀ ਉਹਨਾਂ ਰੰਗ ਤਾਂ ਨਹੀਂ ਚੜਿਆ। ਹਾਂਜੀ, ਪਰ ਹੋਇਆ ਤਾਂ ਠੀਕ ਆ। ਪਰ ਹੁਣ ਦੇਖੋ ਉੱਥੇ ਗੱਲ ਫੇਰ ਫਸੀ ਪਈ ਆ ਹਨਾ। ਹਾਂ, ਇਹ ਗੱਲਾਂ ਬਾਤਾਂ ਫਿਰ ਇੱਦਾਂ ਵੀ ਤਦੇ ਹੀ ਪ੍ਰੋਟੈਸਟ ਹੁੰਦੇ ਰਹਿੰਦੇ, ਤਦੇ ਹੀ ਕਿਉਂਕਿ ਉਹ ਲੋਕਾਂ ਦੀ ਜਿਹੜੀ ਡਿਮਾਂਡ ਹੁੰਦੀ ਉਹਦੇ ਥੋੜ੍ਹਾ ਬਹੁਤਾ ਇੱਧਰ ਉੱਧਰ ਨੂੰ ਹੁੰਦਾ ਆ ਤੇ ਉਹ ਲੋਕਾਂ ਨੂੰ ਪਸੰਦ ਨਹੀਂ ਹੁੰਦਾ। ਜਿਹੜਾ ਡੈਮੋਕ੍ਰੇਸੀ ਉਹਦੇ ਅੰਦਰ ਤਾਂ ਇਹੀ ਗੱਲਾਂ ਆਉਂਦੀਆਂ ਵੀ ਜਿਹੜਾ ਲੋਕਾਂ ਦੀ ਗੱਲ ਸੁਣੀ ਜਾਵੇ ਹੈ ਨਾ। ਤੇ ਤਾਂ ਹੀ ਇਹ ਜਿਹੜੀਆਂ ਵੋਟਾਂ ਪੈਂਦੀਆਂ ਜਾਂ ਲੋਕਤੰਤਰ ਬਣਦਾ ਹੈਗਾ, ਤੁਹਾਡੀ ਮਰਜ਼ੀ ਦੇ ਹਿਸਾਬ ਨਾਲ ਬਣਦਾ, ਫਿਰ ਤੁਹਾਡੀ ਗੱਲ ਸੁਣੀ ਜਾਊਗੀ ਅਸੀਂ ਜੇ ਕੋਈ ਗਲਤ ਮਲਤ ਹੋਈ ਤਾਂ। ਪਰ ਦੁਨੀਆ ਤੰਗ ਆ ਉੱਥੇ, ਹੁਣ ਤੁਸੀਂ ਦੇਖਦੇ ਕਿੰਨੇ ਲੋਕ ਤੰਗ ਹੈਗੇ ਉੱਥੇ, ਬੱਚੇ ਸਭ ਪਰਿਵਾਰ ਸਾਰੇ ਬਹੁਤ ਤੰਗ ਆ।
ਹਾਂਜੀ ਔਰ ਇਹ ਗੱਲ ਬਾਤ ਬਈ ਹੁਣ ਕਿੱਧਰ ਨੂੰ ਜਾਂਦੀ ਆ ਅਜੇ ਕੱਲ ਨੂੰ ਵੀ ਪ੍ਰੋਟੈਸਟ ਦਾ ਵਿੱਚ ਉੱਥੇ ਅੱਜ ਵੀ ਕਾਫੀ ਆ ਜਿਹਦਾ ਰੌਲਾ ਪਿਆ ਸੀ ਹਾਂਜੀ ਚੱਲਦੀ ਆ ਗੱਲ ਪਰ ਹੁਣ ਮੇਨ ਮੁੱਦਾ ਤਾਂ ਹੁਣ ਕੱਲ ਨੂੰ ਵੀ ਹੈਗਾ ਆ ਕਿਉਂਕਿ ਅਜੇ ਤੱਕ ਜਿਹੜੀ ਗੱਲ ਤਾਂ ਉਹ ਸੋਲਵ ਨਹੀਂ ਹੋਈ ਕੋਈ ਵੀ ਹੈਗੀ ਨਹੀਂ ਕਲੀਅਰ ਹੋਈ ਹਜੇ ਸੋ 26 ਜਨਵਰੀ ਕੱਲ ਨੂੰ ਆ ਜੀ ਤੇ ਕੱਲ ਨੂੰ ਜਿਹੜਾ ਆਪਣਾ ਸਾਰੇ ਤਰ੍ਹਾਂ ਦਾ ਜਿਹੜਾ ਉੱਥੇ ਦਿਖਾਲਿਆ ਜਾਂਦਾ ਵੀ ਸਾਡੇ ਕੋਲ ਕੀ ਕੁਛ ਹੈਗਾ ਆ ਆਪਣੀ ਤਾਕਤ ਦਾ ਜ਼ਾਹਰ ਕੀਤੀ ਜਾਂਦੀ ਆ 26 ਜਨਵਰੀ ਦੇ ਉੱਤੇ ਅਸੀਂ ਦੇਖਦੇ ਹਾਂ ਇੱਦਾਂ ਜੀ ਜੀ ਤੇ ਸਾਰਾ ਕੁਛ ਸੋ ਇਹ ਦੁਨੀਆ ਜਿਹੜਾ ਭੁੱਖੀ ਮਾਰਦੀ ਆ ਦਿਖਾਉਂਦੇ ਵੱਡੀਆਂ ਵੱਡੀਆਂ ਤੇ ਚੀਜ਼ਾਂ ਬਹੁਤ ਸਾਰੇ ਜਿਹੜੇ ਸੁਤੰਤਰਤਾ ਸੈਨਾਨੀ ਜਿਹੜੇ ਫਰੀडम ਫਾਈਟਰ ਸੀਗੇ ਸਾਡੇ ਜੀ ਆਜ਼ਾਦੀ ਘੁਲਾਟੀਏ ਜਿਹੜੇ ਸੀਗੇ ਜੀ। ਔਰ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈਗਾ ਹਾਂਜੀ ਸੋ ਸਕੂਲਾਂ ਕਾਲਜਾਂ ਦੇ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਬੜੇ ਵੱਖਰੇ ਵੱਖਰੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਆ ਹਾਂਜੀ ਔਰ ਸਾਰੇ ਦਿਨਾਂ ਦੇ ਉੱਤੇ ਜੇ ਅਸੀਂ 26 ਜਨਵਰੀ ਦੀ ਕਰੀਏ ਗੱਲ ਜਾਂ ਅਸੀਂ 15 ਅਗਸਤ ਦੀ ਗੱਲ ਕਰੀਏ ਉਦੋਂ ਵੀ ਹਾਂਜੀ ਤੇ ਸਾਰੇ ਸਕੂਲਾਂ ਕਾਲਜਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਆ ਵੀ ਚਲੋ ਅਸੀਂ ਆਜ਼ਾਦ ਹੋ ਗਏ ਸੀਗੇ ਤੇ ਸਾਡੇ ਆਪਣੇ ਕਾਨੂੰਨ ਚੱਲ ਪਏ ਸੀ ਜੀ। ਤੇ ਕਿਸੇ ਦਾ ਸਾਡੇ ਉੱਤੋਂ ਜਿਹੜਾ ਬੋਝ ਸੀ ਉਹ ਲੈ ਗਿਆ ਲੈ ਸੀਗਾ ਗਿਆ ਸੀ ਹਾਂਜੀ ਪਰ ਉਹ ਕਿੰਨਾ ਬੋਝ ਲਿਆ ਜਾਂ ਕਿੰਨਾ ਹੱਲੇ ਉੱਤੇ ਆ ਇਹ ਤੁਸੀਂ ਸਭ ਜਾਣਦੇ ਹੈਗੇ ਆ ਸੁਣਦੇ ਆ ਪਤਾ ਭੈਣ ਸਾਨੂੰ ਭਰਾ ਉਹ ਵੀ ਆ ਕੇ ਦੱਸੋਗੇ ਜਦਾਂ ਹਾਂਜੀ। ਕਾਲ ਕਰਕੇ ਹਾਂਜੀ ਹਾਂਜੀ ਸੋ ਅਸੀਂ ਕਹਿੰਦੇ ਵੀ ਚਲੋ ਅਸੀਂ 26 ਜਨਵਰੀ ਦੀਆਂ ਅਸੀਂ ਵਧਾਈਆਂ ਦਿੰਦੇ ਵੀ ਸਾਡਾ ਉਹ ਭਾਰਤ ਦੇਸ਼ ਸਾਡਾ ਸੀ ਉਹ ਜੀ ਤੇ ਅਸੀਂ ਸਾਡਾ ਹੁਣ ਵੀ ਸਾਡਾ ਹੀ ਆ ਕਿਉਂਕਿ ਸਾਰੇ ਤਾਂ ਅਸੀਂ ਉੱਥੇ ਰਹਿੰਦੇ ਆ ਸੋ ਚੰਦ ਕੁ ਬੰਦੇ ਇੱਧਰ ਬਾਹਰ ਹੈਗੇ ਆ ਜੀ ਪਰ ਅਸੀਂ ਕਹਿੰਦੇ ਵੀ ਉੱਥੇ ਸਾਰਾ ਕੁਝ ਠੀਕ ਠਾਕ ਹੋਵੇ ਸੁਖੀ ਹੋਣ ਲੋਕ ਸਾਰੇ ਤਦੇ ਹੀ ਫਿਰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਲੋਕਾਂ ਨੂੰ ਬਾਹਰ ਨੂੰ ਦੌੜਨਾ ਨਾ ਪਵੇ ਹਾਂਜੀ ਉਹ ਸਾਨੂੰ ਵੀ ਨਾ ਦੌੜਨਾ ਪੈਂਦਾ ਚੰਗੀ ਗੱਲ ਹੁੰਦੀ ਹਾਂਜੀ ਫਿਰ ਫੈਮਲੀਆਂ 'ਚ ਰਹਿੰਦੇ ਜੇ ਉੱਥੇ ਸਾਰਾ ਕੁਝ ਮਿਲਦਾ ਹੁੰਦਾ ਹਾਂਜੀ ਹਨਾ ਸੋ ਇਹ ਗੱਲਬਾਤ ਹੈਗੀ ਆ 26 ਜਨਵਰੀ ਬਾਰੇ ਔਰ ਇਹ ਗੱਲਬਾਤ ਥੋੜ੍ਹੀ ਬਹੁਤੀ ਹੋਰ ਅਸੀਂ ਅੱਗੇ ਕਰਾਂਗੇ ਤੇ ਤੁਸੀਂ ਜੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ ਜੀ ਸਾਨੂੰ ਪਹਿਲਾਂ ਤਾਂ ਇੱਕ ਗੱਲ ਕਰ ਆ ਲਈਏ ਸੇਵਾ ਜਿਹੜੀ ਦਿੱਤੀ ਹੈ ਇਹ ਵੀ ਦੱਸੋ। ਸੇਵਾ ਦੀ ਹਾਂਜੀ ਗੱਲ ਜੀ ਜੀ ਬਿਮਲਾ ਦੇਵੀ ਜੀ ਜੀ ਬਿਮਲਾ ਦੇਵੀ ਇਹ ਮੇਰਾ ਸ਼ੀਮਾਰ ਹਾਂਜੀ, ਪਰਿਵਾਰ ਸ਼ੀਮਾਰ ਹੈ family। ਬਿਮਲਾ ਦੇਵੀ ਸ਼ੀਮਾਰ ਜੀ ਹਾਂਜੀ। ਔਰ ਇਹਨਾਂ ਨੇ 50 ਪਾਉਂਡ ਸੇਵਾ ਲਈ ਦਿੱਤੇ ਹੈਗੇ ਆ ਜਿਹੜਾ ਪ੍ਰੋਗਰਾਮ ਚੱਲਦਾ ਨਾ ਘਰ ਭਲਾ ਹੋ ਭਲਾ ਹਾਂਜੀ ਉਹਦੇ ਲਈ ਆਪਣਾ ਇੱਥੇ ਜੀ ਉਹਦੇ ਵਿੱਚ ਜਿਹੜੇ ਉਹ ਤੰਗ ਲੋਕ ਹੈਗੇ ਆ ਜਿਨ੍ਹਾਂ ਦੀ ਗੱਲਬਾਤ ਕੀਤੀ ਜਾਂਦੀ ਹੈਗੀ ਆ ਜੀ। ਕਾਫੀ ਲੋਕਾਂ ਦੇ ਆਪਰੇਸ਼ਨ ਵਗੈਰਾ ਹੋਣ ਵਾਲੇ ਜਾਂ ਹੋਰ ਤੰਗੀਆਂ ਹੈਗੀਆਂ ਜੀ ਜੀ ਉਹਨਾਂ ਦੇ ਲਈ ਦਿੱਤੇ ਹੈਗੇ ਆ ਤੇ ਬਿਮਲਾ ਜੀ ਹਾਂਜੀ ਉਹਨਾਂ ਨੇ ਵੀ 50 ਪਾਉਂਡ ਦਿੱਤੇ ਇਸ ਪ੍ਰੋਗਰਾਮ ਦੇ ਵਿੱਚ ਜੋ ਵੀ ਉਹ ਗੱਲਬਾਤ ਹੋ ਰਹੀ ਹੈਗੀ ਆ ਕਮਲਾ ਜੀ ਨੇ ਵੀ ਹਾਂਜੀ ਉਹਨਾਂ ਨੇ 50 ਪਾਉਂਡ ਉਹਨਾਂ ਨੇ ਹਾਂਜੀ ਦਿੱਤੇ ਹੈ ਕਮਲਾ ਸ਼ੀਮਾਰ ਤਾਂ ਬਿਮਲਾ ਸ਼ੀਮਾਰ ਹਾਂਜੀ ਜੀ ਇਹਦੇ ਵਿੱਚ ਦੋ ਹੋਰ ਪਰਿਵਾਰ ਹੈਗੇ ਆ ਜਿਨ੍ਹਾਂ ਨੇ ਸਾਡੇ ਕੋਲ ਇਹ ਸੇਵਾ ਭੇਜੀ ਹੈਗੀ ਆ ਜੀ ਨਿਰਮਲ ਬਾਘਾ ਜੀ ਤੇ ਰੂਪਲਾਲ ਬਾਘਾ ਜੀ ਜੀ ਇਹ ਪਰਿਵਾਰ ਇਹਨਾਂ ਨੇ 50 ਪਾਉਂਡ ਭੇਜੇ ਹੈਗੇ ਆ ਹਾਂਜੀ ਇਹ ਕਹਿੰਦੇ ਵੀ ਪਾਠਾਂ ਦੀ ਸੇਵਾ ਦੇ ਵਿੱਚ ਹਾਂਜੀ, ਤੁਸੀਂ ਉਸ ਲੜੀ 'ਚ ਪਾ ਦਿਓ ਹਾਂਜੀ ਪਾਠਾਂ ਦੀ। ਉਧਰਲੇ ਪਾਸੇ ਪਾ ਦਿਓ ਔਰ ਹਰਬੰਸ ਦੇਵੀ ਜੀ ਜੀ ਉਹਨੇ 50 ਉਹਨਾਂ ਨੇ ਦਿੱਤੇ ਆ ਹਾਂਜੀ ਜੀ ਸੋ ਇਹ ਜਿਹੜੀ ਸੇਵਾ। ਮਾਇਆ ਸੇਵਾ ਜੋ ਵੀ ਹੈ ਇਹ ਜਿੱਥੇ ਜਿੱਥੇ ਲਈ ਉਹਨਾਂ ਨੇ ਭੇਜੀ ਆ ਉੱਥੇ ਉੱਥੇ ਪਹੁੰਚਦੀ ਹੋ ਜਵੇ ਹਾਂਜੀ ਤੇ ਅਸੀਂ ਇੱਥੇ ਪਹੁੰਚਾ ਦੇਣੀ ਆ ਤੇ ਫਿਰ ਜਿੱਥੇ ਜਿੱਥੇ ਉਹਨਾਂ ਨੇ ਪਹੁੰਚਾ ਦੂਗੇ ਤੇ ਬਾਕੀ ਭੂਆ ਜੀ ਦੇ ਕਾਕੇ ਦੇ ਬਾਥੜੇ ਸੀਗੇ ਸਾਨੂੰ ਉਹਨਾਂ ਨੇ ਪਿਛਲੀ ਵੀਕ ਦਿੱਤੇ ਸੀ ਪੈਸੇ ਤੇ ਅਸੀਂ ਉਹਨਾਂ ਨੂੰ ਬਾਥੜਿਆਂ ਦੀ ਵੀ ਵਧਾਈ ਦਿੰਦੇ ਆ ਤੇ ਉਹਨਾਂ ਦੇ ਜਿਹੜੀ ਸੇਵਾ ਦਿੱਤੀ ਆ ਉਹਦਾ ਵੀ ਬਹੁਤ ਬਹੁਤ ਥੈਂਕ ਯੂ ਕਰਦੇ ਆ ਤੁਸੀਂ ਪਾਠਾਂ ਦੀ ਰੜੀ ਦੇ ਵਿੱਚ ਸੇਵਾ ਪਾਈ ਆ ਤੇ ਪਰਮਾਤਮਾ ਤੁਹਾਨੂੰ ਵੀ ਹਰਬੰਸ ਕੌਰ ਜੀ ਨੂੰ ਵੀ ਤੰਦਰੁਸਤ ਦੇਵੇ ਉਧਰੋਂ ਕਮਲਾ ਸ਼ੀਮਾਰ ਤੇ ਬਿਮਲਾ ਸ਼ੀਮਾਰ ਜੀ ਇਹਨਾਂ ਨੂੰ ਵੀ ਪਰਮਾਤਮਾ ਤੰਦਰੁਸਤੀ ਦੇਵੇ ਸਾਰੀਆਂ ਫੈਮਲੀਆਂ ਆਪਣੇ ਘਰਾਂ ਦੇ ਵਿੱਚ ਹੱਸਦੀਆਂ ਖੇਲਦੀਆਂ ਇੱਦਾਂ ਦੇਖੀਏ ਤਾਂ ਫਿਰ ਇੱਦਾਂ ਸੇਵਾ ਪਾਉਂਦੇ ਰਹਿਣ ਜੀ ਹਾਂਜੀ ਹਾਂਜੀ ਦੋਸਤੋ ਗੱਲਾਂ ਬਾਤਾਂ ਅਸੀਂ ਕਰਾਂਗੇ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਅਸੀਂ ਵੀ ਅਸੀਂ ਬਾਕੀ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹੂਗੀਆਂ ਜੀ ਪਰ ਕਿਉਂਕਿ ਜਿਹੜੀ ਇਹ ਬਿਮਾਰੀ ਹੈਗੀ ਜਿਹੜੀ ਕੋਵਿਡ ਹੈਗਾ ਵਾਇਰਸ ਹੈਗਾ ਆ ਜੀ ਇਹਦੇ ਬਾਰੇ ਅਸੀਂ ਅੱਜ ਕਾਫੀ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਹਾਂਜੀ ਕਿਉਂਕਿ ਪ੍ਰੋਬਲਮ ਕਾਫੀ ਆ ਤੇ ਅਸੀਂ ਫਿਰ ਵੀ ਥੋੜ੍ਹਾ ਬਹੁਤਾ ਇਹ ਕਹਿੰਦੇ ਵੀ ਅਸੀਂ ਬਹੁਤਾ ਸੁਧਰ ਨਹੀਂ ਰਹੇ ਹੈਗੇ ਜੀ ਫੈਮਲੀਆਂ ਦੇ ਵਿੱਚੋਂ ਜੀ ਦੇਖੋ ਕਾਫੀ ਜਾਈ ਜਾਂਦੇ ਆ ਟੱਬਰਾਂ ਦੇ ਟੱਬਰ ਜਾਈ ਜਾਂਦੇ ਘਰ ਖਾਲੀ ਹੋਈ ਜਾਂਦੇ ਆ ਨਾ ਹਾਂਜੀ ਤੇ ਇਸੇ ਕਾਰਨ ਅਸੀਂ ਪਿਛਲੀ ਵੀਕ ਨਹੀਂ ਆਏ ਫੈਮਿਲੀ ਦੇ ਵਿੱਚ ਇਦਾਂ ਕੋਈ ਨਾ ਕੋਈ ਪ੍ਰੋਬਲਮ ਆਈ ਰਹਿੰਦੀ ਆ ਫਿਰ ਤੁਹਾਨੂੰ ਪਤਾ ਆਪਣੇ ਇੱਥੇ ਰਿਸ਼ਤੇਦਾਰੀਆਂ 'ਚ ਸਾਰੇ ਜਿੱਦਾਂ ਵਿੱਚੋਂ ਕੋਈ ਜੀ ਚੱਲ ਜਾਂਦਾ ਫਿਰ ਜਦੋਂ ਦਿਲ ਨਹੀਂ ਕਰਦਾ ਆਉਣ ਨੂੰ ਤੇ ਹੁਣ ਵੀ ਅਸੀਂ ਇਹੀ ਦੱਸਣ ਕਰਕੇ ਆਏ ਆ ਵੀ ਸਾਰੇ ਜਿੱਦਾਂ ਬਚ ਕੇ ਰਹੋ ਬਿਮਾਰੀ ਤੋਂ ਸਾਰਿਆਂ ਦੂਜਿਆਂ ਦਾ ਵੀ ਬਚਾਅ ਕਰੋ ਤੁਸੀਂ ਕਿਸੇ ਦੇ ਘਰਾਂ 'ਚ ਨਾ ਜਾਓ ਪਲੀਜ਼ ਅਸੀਂ ਬਾਰ-ਬਾਰ ਇਹ ਪ੍ਰੋਗਰਾਮ ਤਾਂ ਹੀ ਲੈ ਕੇ ਆਈਦਾ ਕਿ ਤੁਸੀਂ ਬਾਰ-ਬਾਰ ਆਪਣੇ ਇੱਕ ਦੂਜੇ ਰਿਸ਼ਤੇਦਾਰੀਆਂ 'ਚ ਨਾ ਮਿਲੋ ਕਿਸੇ ਦੇ ਘਰ ਨਾ ਜਾਓ ਜੇ ਤੁਸੀਂ ਜਾਂਦੇ ਆ ਸਟੋਰਾਂ ਨੂੰ ਵੀ ਬੜਾ ਹੱਥ ਧੋ ਕੇ ਸੰਭਲ ਕੇ ਸਾਰਾ ਕੁਝ ਕਰੋ
ਕਰੋ ਤੇ ਲੋਕਾਂ ਦਾ ਬਚਾਅ ਹੋਵੇ। ਆਪਾਂ ਨੂੰ ਇਸੇ ਕਰਕੇ ਗੌਰਮੈਂਟ ਸਾਰਿਆਂ ਨੂੰ ਦੇਖੋ ਪੈਸੇ ਵੀ ਦਿੰਦੀ ਆ ਤੇ ਉਹ ਇੰਨਾ ਆਪਣਾ ਭਲਾ ਕਰਦੇ ਤੇ ਆਪਾਂ ਨੂੰ ਵੀ ਸੋਚਣਾ ਚਾਹੀਦਾ, ਆਪਾਂ ਨੂੰ ਵੀ ਗੌਰਮੈਂਟ ਦੇ ਨਾਲ ਸਾਥ ਦੇਣਾ ਚਾਹੀਦਾ ਆ। ਸਕੂਲ ਦੇ ਹਲ ਬੰਦ ਆ, ਬੱਚਿਆਂ ਦੀਆਂ ਪੜ੍ਹਾਈਆਂ ਖਰਾਬ ਹੁੰਦੀਆਂ, ਕਿੰਨਾ ਕੁਛ ਖਰਾਬ ਹੁੰਦਾ ਆ ਤੇ ਸਾਰੇ ਭੈਣਾਂ ਭਰਾਵਾਂ ਨੂੰ ਅਸੀਂ ਇਹੀ ਕਹਿੰਦੇ ਆ ਵੀ ਸਾਰੇ ਜਿੱਦਾਂ ਬਚ ਕੇ ਰਹੋ, ਆਪ ਵੀ ਬਚੋ ਤੇ ਦੂਜਿਆਂ ਨੂੰ ਵੀ ਬਚਾਓ, ਹੈ ਨਾ ਜੀ। ਬਿਲਕੁਲ ਜੀ। ਗੱਲ ਜਦੋਂ ਅਸੀਂ ਵਾਇਰਸ ਦੀ ਕਰਦੇ ਹਾਂ, ਆਪਾਂ ਪਹਿਲਾਂ ਵੀ ਕਾਫੀ ਪ੍ਰੋਗਰਾਮ ਕੀਤੇ ਸੀ ਤੇ ਕਈ ਵਾਰੀ ਇਦਾਂ ਦੀ ਗੱਲ ਹੁੰਦੀ, ਤੁਹਾਡੀਆਂ ਗੱਲ ਭਾਵੇਂ ਅਸੀਂ ਖੁਸ਼ੀ ਦੀ ਕਰਨੀ ਹੋਵੇ, ਨੱਚਣਾ ਗਾਉਣਾ ਵੀ ਕਰਦੇ ਆ, ਸਾਰਾ ਕੁਝ ਕਰਦੇ ਆ ਆਪਾਂ, ਪਰ ਜਦੋਂ ਤਕਲੀਫਾਂ ਹੁੰਦੀਆਂ ਤੇ ਫਿਰ ਨੱਚਣ ਗਾਉਣ ਵੀ ਭੁੱਲ ਜਾਂਦੇ ਹੈਗੇ, ਸਭ ਕੁਝ ਭੁੱਲ ਜਾਂਦਾ। ਜਿੱਦਾਂ ਹੁਣ ਕੋਈ ਵੀ ਚੀਜ਼ ਚੱਲ ਜਾਵੇ, ਉਹ ਹੁਣ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਉਹਦਾ ਬੜਾ ਦੁੱਖ ਲੱਗਦਾ ਹੈ ਨਾ। ਹੁਣ ਇੱਥੋਂ ਇੱਕ ਨਹੀਂ, ਜਿੱਦਾਂ ਫੈਮਲੀਆਂ ਚੋਂ ਪਤਾ ਨਹੀਂ ਕਿੰਨੇ ਰੋਜ਼ ਜੀ ਜਾਂਦੇ ਆ, ਹੈ ਨਾ। ਆ ਦੇਖੋ ਤੁਸੀਂ 1600 1800 ਤੱਕ ਦੁਨੀਆ ਗਈ ਆ ਇੱਕ 24 ਘੰਟਿਆਂ ਦੇ ਵਿੱਚ, ਵੀ ਕਿੰਨੀ ਦੁਨੀਆ ਜਾਂਦੀ, ਉਹ ਘਰਾਂ ਦੇ ਘਰ ਵਿਹਲੇ ਹੋਈ ਜਾਂਦੇ। ਤੁਹਾਨੂੰ ਪਤਾ ਜੇ 1600 1700 ਲੋਕ ਕਿਤੇ ਇੱਥੇ ਬੈਠੇ ਹੋਣ ਤਾਂ ਰੱਛ ਪੈ ਜਾਂਦਾ। ਜੇ ਆਪਾਂ ਜਿੱਦਾਂ ਮੌਤਾਂ ਦੇਖੀਏ ਤਾਂ ਕਿੰਨਾ ਦੁੱਖ ਲੱਗਦਾ ਨਾ ਦੇਖ ਕੇ। ਜੇ ਗੱਲ ਤਕਲੀਫ ਦੀ ਹੋਵੇ ਨਾ, ਸਾਰੇ ਪਾਸੇ ਤਕਲੀਫ ਹੀ ਹੋਵੇ। ਹੁਣ ਲੋਕਡਾਊਨ ਹੋਇਆ, ਸਾਰੇ ਪਾਸੇ ਤਕਲੀਫ ਹੈ, ਜਦੋਂ ਬਾਹਰ ਜਾਂਦੇ ਤਾਂ ਕੁਝ ਖੁੱਲ੍ਹਾ ਨਹੀਂ ਹੁੰਦਾ ਤੇ ਜੇ ਉਸ ਟਾਈਮ ਤੇ ਅਸੀਂ ਤਕਲੀਫ ਦੀ ਗੱਲ ਨਾ ਕਰੀਏ ਤਾਂ ਫਿਰ ਸੋਹਣਾ ਨਹੀਂ ਲੱਗਦਾ ਹੈਗਾ। ਸਾਡੇ ਮਨ ਵਿੱਚ ਇਹ ਆਉਂਦੀ ਵੀ ਜੇ ਇਹ ਪ੍ਰੋਬਲਮ ਹੈਗੀ ਆ ਤੇ ਇਹ ਤੁਹਾਡੇ ਨਾਲ ਅਸੀਂ ਸ਼ੇਅਰ ਕਰੀਏ, ਹੈਗੀ ਕੀ ਚੀਜ਼ ਆ, ਜਿੰਨਾ ਸਾਨੂੰ ਸਮਝ ਲੱਗਦੀ ਆ, ਔਰ ਜਿੰਨਾ ਕੁ ਅਸੀਂ ਜਿੱਥੇ ਤੱਕ ਅਸੀਂ ਸਮਾਂ ਮਿਲਦਾ ਉਹਦੇ ਵਿੱਚ ਅਸੀਂ ਜਿੰਨੀ ਕੁ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਜਿੰਨੀ ਕੁ ਸਾਨੂੰ ਸਮਝ ਹੈਗੀ ਆ ਜਾਂ ਜਿੰਨਾ ਕੁ ਸਾਡੇ ਕੋਲੇ ਦੀ ਇਨਫੋਰਮੇਸ਼ਨ ਗੈਦਰ ਹੁੰਦੀ ਆ ਉਹ ਅਸੀਂ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ। ਨਹੀਂ ਦੇਖਦੇ ਨਿਊਜ਼ ਉਹਨਾਂ ਕਰਕੇ ਆਪਾਂ ਦੱਸਣਾ ਚਾਹੁੰਦੇ ਹਾਂ। ਸਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਢਿੱਲੇ ਮੱਠੇ ਆ ਕਾਫੀ, ਹਾਂਜੀ, ਔਰ ਮਾੜੀਆਂ ਘਟਨਾਵਾਂ ਵੀ ਹੋਈਆਂ ਹੈਗੀਆਂ, ਜਿਹਦੇ ਕਰਕੇ ਸਾਡਾ ਮਨ ਨਹੀਂ ਕਰਦਾ ਵੀ ਅਸੀਂ ਆ ਕੇ ਹਾਸੇ ਦੇ ਪ੍ਰੋਗਰਾਮ ਕਰੀਏ, ਹੱਸਣ ਖੇਡਣ ਦੇ ਪ੍ਰੋਗਰਾਮ ਕਰੀਏ। ਉਹ ਤੁਹਾਡੀ ਜ਼ੁਬਾਨ ਆਪਣੇ ਆਪ ਹੀ ਬੰਦ ਹੋ ਜਾਂਦੀ ਹੈਗੀ ਆ। ਜਦੋਂ ਤੁਹਾਡੀਆਂ ਫੈਮਲੀਆਂ ਦੇ ਵਿੱਚੋਂ ਹੀ ਤੁਹਾਡੇ ਤੁਹਾਡੇ ਘਰ ਦੇ ਹੀ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਚਲੇ ਜਾਂਦੇ ਆ ਤਾਂ ਉਦੋਂ ਤੁਹਾਨੂੰ ਬਹੁਤ ਦੁੱਖ ਲੱਗਦਾ। ਅੱਜ ਵੀ ਅਸੀਂ ਬੈਠੇ ਤਾਂ ਹੈਗੇ ਆ, ਪਰ ਅਸੀਂ ਬੈਠੇ ਹੈਗੇ ਆ ਇਸ ਕਰਕੇ ਵੀ ਤੁਹਾਨੂੰ ਅਸੀਂ ਦੱਸੀਏ ਵੀ ਤੁਸੀਂ ਵੀ ਬਚਣਾ ਹੈਗਾ। ਜੇ ਤੁਸੀਂ ਨਹੀਂ ਬਚਦੇ ਹੈਗੇ ਤਾਂ ਸਾਡਾ ਇੱਥੇ ਪ੍ਰੋਗਰਾਮ ਕਰਨ ਦਾ ਵੀ ਬਹੁਤਾ ਫਾਇਦਾ ਨਹੀਂ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਵੀ ਬਹੁਤ ਸਾਰੀਆਂ ਤਕਲੀਫਾਂ ਹੈਗੀਆਂ। ਅਸੀਂ ਦੇਖਦੇ ਅਨੇਕਾਂ ਹੀ ਜਿਹੜੇ ਰਿਸ਼ਤੇਦਾਰ ਆ ਜਾਂ ਦੋਸਤ ਮਿੱਤਰ ਆ ਉਹੋ ਜਿਹੇ ਹੈਗੇ ਆ, ਜਾਂ ਸਾਨੂੰ ਕਾਲ ਕਰਕੇ ਉਹ ਦੱਸਦੇ ਆਪਣੀਆਂ ਬਿਮਾਰੀਆਂ ਬਾਰੇ ਗੱਲਬਾਤ ਦੱਸਦੇ ਵੀ ਸਾਡੇ ਨਾਲ ਇੱਦਾਂ ਹੋਈ ਆ। ਜੇ ਸਾਨੂੰ ਤਕਲੀਫ ਆ ਤਾਂ ਅਸੀਂ ਉਹਨਾਂ ਨੂੰ ਪੁੱਛਦੇ ਵੀ ਤੁਹਾਨੂੰ ਤਕਲੀਫ ਹੋਈ ਤਾਂ ਕਿੱਦਾਂ ਹੋਈ ਆ ਜਾਂ ਕਿੱਦਾਂ ਦੀ ਹੋਈ ਆ, ਕਿੱਦਾਂ ਕੀ ਤੰਗੀ ਇਹ ਨਾ ਆਈ ਹੈਗੀ ਆ। ਔਰ ਹੁਣ ਕਈਆਂ ਨੂੰ ਤਾਂ ਤੰਗੀ ਆਈ ਆ, ਕਈ ਤਾਂ ਵਿਚਾਰੇ ਰਹੇ ਨਹੀਂ ਹੈਗੇ, ਕਈ ਤਾਂ ਤੰਗੀ ਆ ਕੇ ਠੀਕ ਹੋ ਗਏ ਹੈਗੇ ਆ, ਪਰ ਉਹ ਜਿੱਦਾਂ ਦੀ ਤੰਗੀ ਦੱਸਦੇ ਉਹ ਵੀ ਸੁਣਨੀ ਬਹੁਤ ਔਖੀ ਆ ਵੀ ਕਿੱਦਾਂ ਦੀ ਇਹਦੀ ਤੰਗੀ ਹੈਗੀ ਆ। ਸੋ ਫਿਰ ਵੀ ਅਸੀਂ ਇਹ ਚਾਹੁੰਦੇ ਵੀ ਤੁਹਾਡੇ ਤੱਕ ਸਾਡੀਆਂ ਗੱਲਾਂ ਬਾਤਾਂ ਪਹੁੰਚਣ ਤੇ ਤੁਹਾਡੀ ਵੀ ਗੱਲਬਾਤ ਸਾਨੂੰ ਸੁਣੇ। ਆਪਾਂ ਕਦੀ ਕਦੀ ਇਹ ਗੱਲ ਕਰਦੇ ਵੀ ਸ਼ਾਇਦ ਆਪਾਂ ਬੰਦ ਆ ਤਾਂ ਸਾਰੀ ਦੁਨੀਆ ਅੰਦਰ ਹੀ ਬੰਦ ਹੈਗੀ ਆ ਤੇ ਕੋਈ ਨਹੀਂ ਜਾਣੀ ਬਾਹਰ ਨਿਕਲਦਾ ਤੇ ਕਿਤੇ ਇਹ ਵਾਇਰਸ ਫੈਲ ਨਹੀਂ ਰਿਹਾ ਹੈਗਾ। ਹਾਂਜੀ, ਪਰ ਜਦੋਂ ਅਸੀਂ ਦੇਖਦੇ ਹਾਂ ਬਈ ਅਸੀਂ ਪਿਛਲੇ ਹਫਤੇ ਦੇ ਵਿੱਚ ਫੋਨਾਂ ਤੇ ਜਾਂ ਆਵਾਜ਼ਾਂ ਸੁਣੀ ਦੀਆਂ ਆ ਬਈ ਕਾਫੀ ਚੱਕਰ ਜਿਹਾ ਆ ਗਿਆ। ਠੀਕ ਹੈ, ਪਾਣੀ ਲੈਣਾ ਤੁਸੀਂ ਬੋਲੋ। ਮੈਂ ਹਾਂਜੀ, ਤੇ ਹੁਣ ਦੇਖੋ ਸਾਰੇ ਘਰਾਂ ਦੇ ਵਿੱਚ ਕਾਫੀ ਲੋਕੀ ਬਿਮਾਰ ਆ, ਤੰਦਰੁਸਤ ਆ। ਆਪਾਂ ਉਹਨਾਂ ਦੀ ਸਾਰਿਆਂ ਦੀ ਦੁਆ ਕਰਦੇ ਵੀ ਸਾਰੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹਿਣ। ਤੇ ਹੁਣ ਅਸੀਂ ਜਾਂਦੇ ਜੀ ਕਾਲ ਵੱਲ। ਹੈਲੋ ਜੀ, ਕਰੋ ਗੱਲਬਾਤ ਹਾਲੇ। ਹੈਲੋ ਜੀ। ਹਾਂਜੀ, ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਜੀ। ਆਜੋ ਸਤਿਆ ਰਤੂ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ, ਮੈਂ ਦੇਖਦੀ ਸੀ, ਬਹੁਤ ਸੋਹਣੀਆਂ ਤੁਸੀਂ ਗੱਲਾਂ ਕਰਦੇ ਆ ਜੀ। ਥੈਂਕ ਯੂ। ਇੱਕ ਤਾਂ ਬਿਮਾਰੀ ਬਦਲੇ ਵੀ ਦੱਸਦੇ ਆ, ਉਹ ਵੀ ਬਹੁਤ ਜਾਣਕਾਰੀ ਮਿਲਦੀ ਆ ਜੀ। ਤੇ ਠੀਕ ਹੈ, ਸਾਰਿਆਂ ਨੂੰ ਅੰਦਰ ਹੀ ਰਹਿਣਾ ਚਾਹੀਦਾ ਆ। ਹਾਂਜੀ, ਜਿੱਦਾਂ ਗਵਰਨਮੈਂਟ ਕਹਿੰਦੀ ਉਦਾਂ ਕਰਨਾ ਚਾਹੀਦਾ, ਆਪਣਾ ਭਲਾ ਆ ਜੀ। ਜੀ ਹਾਂਜੀ, ਤੇ ਦੂਜੀ ਗੱਲ ਇਹ ਆ ਵੀ ਜਿਹੜਾ ਤੁਸੀਂ ਕੱਲ ਦਾ ਦਿਨ ਆਪਣਾ ਦੇਖੋ ਖਾਸ ਆ, ਹਾਂਜੀ, ਤੇ ਉਹਦੇ ਵਿੱਚ ਕਿੰਨਾ ਪ੍ਰੋਬਲਮ ਆਈ ਆ, ਕਿੱਦਾਂ ਉੱਥੇ ਲੋਕੀ ਬੈਠੇ ਆ, ਤਾਂ ਉਹਦੇ ਬਾਰੇ ਵੀ ਬੜਾ ਫਿਕਰ ਆ। ਹਾਂਜੀ ਹਾਂਜੀ, ਸਾਰਾ ਕੁਝ ਠੀਕ ਠਾਕ ਹੋ ਜਾਵੇ ਹੈ ਨਾ ਜੀ। ਤੇ ਬੜੀ ਮੁਸ਼ਕਲ ਜਿਹੀ ਆ ਜਿੱਦਾਂ ਹਨਾ। ਹਾਂਜੀ, ਕੱਲ ਦਾ ਦਿਨ ਦੇਖੋ ਕਿੱਦਾਂ ਸੰਵਿਧਾਨ ਦੇ ਵਿੱਚ ਕਿੱਦਾਂ ਬਾਬਾ ਸਾਹਿਬ ਨੇ ਸਾਰਾ ਕੁਝ ਲਿਖਾਇਆ ਸੀਗਾ, ਲਿਖਿਆ ਸੀ। ਤੇ ਜੇ ਆਪਾਂ ਨੂੰ ਹੱਕ ਮਿਲ ਜੇ ਸੰਵਿਧਾਨ ਦੇ ਤਰੀਕੇ ਨਾਲ ਚੱਲਣ, ਸਾਰਾ ਕੁਝ ਸਹੀ ਹੋ ਸਕਦਾ ਹੈ। ਹਾਂਜੀ, ਤੇ ਪਰ ਕੋਈ ਚੱਲਦਾ ਨਹੀਂਗਾ।
ਮੰਨਦਾ ਨਹੀਂ ਕੋਈ ਵੀ ਤੇ ਕੱਲ ਨੂੰ ਨਹੀਂ ਤਾਂ ਇਦਾਂ ਲੋਕਾਂ ਨੂੰ ਵਧਾਈਆਂ ਦੇਣੀਆਂ ਸੀਗੀਆਂ, ਦੇਖੋ ਹੁਣ ਵਧਾਈਆਂ ਦੇਣੇ ਨੂੰ ਵੀ ਨਹੀਂ ਦਿਲ ਕਰਦਾ। ਜੀ ਜੀ, ਸਾਰੀ ਦੁਨੀਆ ਬਿਮਾਰ ਪਈ ਘਰਾਂ ਦੇ ਵਿੱਚ, ਕਾਫੀ ਬਿਮਾਰ ਵੀ ਪਈ ਆ, ਕੁਛ ਉਧਰ ਇਦਾਂ ਆਈ ਆ ਜੀ, ਤੇ ਸਾਰਾ ਕੁਝ ਔਖਾ ਆ। ਤੇ ਮੈਂ ਹਨਾ ਆਪਣੇ ਕੱਲ ਦੇ ਦਿਨ ਤੇ ਬਾਬਾ ਸਾਹਿਬ ਦੀ ਕਵਿਤਾ ਬੋਲਦੀ ਆ ਜੀ, ਸੰਵਿਧਾਨ ਤੇ ਬੋਲਦੀ ਆ ਜੀ ਜੀ। ਰਸਨਾ ਪਵਿੱਤਰ ਕਰ ਲਓ ਮੁਖੋਂ ਜੈ ਭੀਮ ਬੋਲ ਕੇ, ਥੋੜਾ ਰਸਨਾ ਪਵਿੱਤਰ ਕਰ ਲਓ ਮੁਖੋਂ ਜੈ ਭੀਮ ਬੋਲ ਕੇ, ਝੋਲੀਆਂ ਸੰਗ ਤੇ ਭਰ ਲਓ ਮੁਖੋਂ ਜੈ ਭੀਮ ਬੋਲ ਕੇ ਜੀ। ਕੌਮ ਵਾਸਤੇ ਸਾਰਾ ਜੀਵਨ ਭੀਮ ਰਾਓ ਨੇ ਵਾਰਿਆ, ਕੌਮ ਵਾਸਤੇ ਸਾਰਾ ਜੀਵਨ ਭੀਮ ਰਾਓ ਨੇ ਵਾਰਿਆ, ਕੌਮ ਹਿੱਤ ਕਾਰਜ ਕਰਦਾ ਕਦੇ ਨਹੀਂ ਸੀ ਹਾਰਿਆ, ਕੌਮ ਹਿੱਤ ਕਾਰਜ ਕਰਦਾ ਕਦੇ ਨਹੀਂ ਸੀ ਹਾਰਿਆ ਜੀ। ਚੰਗਾ ਕਾਰਜ ਕਰ ਲਓ ਮੁਖੋਂ ਜੈ ਭੀਮ ਬੋਲ ਕੇ ਜੀ, ਰਸਨਾ ਪਵਿੱਤਰ ਕਰ ਲਓ ਮੁਖੋਂ ਜੈ ਭੀਮ ਬੋਲ ਕੇ ਜੀ ਜੀ। ਝੋਲੀਆਂ ਸੰਗ ਤੇ ਭਰ ਲਓ ਮੁਖੋਂ ਜੈ ਭੀਮ ਬੋਲ ਜੀ। ਜਾਤ ਪਾਤ ਤੇ ਊਚ ਨੀਚ ਦਾ ਭਰਮ ਦਿਲਾਂ ਚੋਂ ਕੱਢਿਆ ਜੀ। ਜਾਤ ਪਾਤ ਤੇ ਊਚ ਨੀਚ ਦਾ ਭਰਮ ਦਿਲਾਂ ਚੋਂ ਕੱਢਿਆ ਜੀ। ਮਨੂ ਸਿਮਰਤੀ ਵਾਲਾ ਮੁੰਡੋ ਸੀ ਫਾਸਤਾ ਵੱਢਿਆ, ਮਨੂ ਸਿਮਰਤੀ ਵਾਲਾ ਮੁੰਡੋ ਸੀ ਫਾਸਤਾ ਵੱਢਿਆ ਜੀ। ਸਭ ਲੋਕ ਬਰਾਬਰ ਕਰ ਲਓ ਮੁਖੋਂ ਜੈ ਭੀਮ ਬੋਲ ਕੇ ਜੀ। ਰਸਨਾ ਪਵਿੱਤਰ ਕਰ ਲਓ ਮੁਖੋਂ ਜੈ ਭੀਮ ਬੋਲ ਕੇ, ਝੋਲੀਆਂ ਸੰਗ ਤੇ ਭਰ ਲਓ ਮੁਖੋਂ ਜੈ ਭੀਮ ਬੋਲ ਕੇ। ਭੀਮ ਰਾਓ ਅੰਬੇਡਕਰ ਨੇ ਭਾਰਤ ਦਾ ਵਿਧਾਨ ਬਣਾਇਆ ਜੀ। ਭੀਮ ਰਾਓ ਅੰਬੇਡਕਰ ਨੇ ਭਾਰਤ ਦਾ ਵਿਧਾਨ ਬਣਾਇਆ, ਵਿਧਾਨ ਬਣਾ ਗਰੀਬਾਂ ਤਾਉ ਤਖਤ ਦੇ ਉੱਪਰ ਬਿਠਾਇਆ, ਗਰੀਬਾਂ ਤਾਈ ਤਖਤ ਦੇ ਉੱਪਰ ਬਿਠਾਇਆ ਜੀ। ਸਿਰਾਂ ਉੱਪਰ ਤਾਜ ਧਰ ਲਓ ਮੁਖੋਂ ਜੈ ਭੀਮ ਬੋਲ ਕੇ, ਹੱਤਿਆ ਰਤੂ ਰਸਨਾ ਪਵਿੱਤਰ ਕਰ ਲਓ ਮੁਖੋਂ ਜੈ ਭੀਮ ਬੋਲ ਕੇ ਜੀ, ਮੁਖੋਂ ਜੈ ਭੀਮ ਬੋਲ ਕੇ। ਇਹ ਸੀ ਮੇਰੀ ਕਵਿਤਾ। ਦੇਖੋ ਜੀ ਬਾਬਾ ਸਾਹਿਬ ਨੇ ਸਾਰੇ ਇੱਕ ਕਰਕੇ ਗਿਆ ਸੀ ਜੀ ਜੀ। ਉਹ ਵੀ ਦੇਣ ਉਹਨਾਂ ਨੇ ਤਾਂ ਸਾਰਾ ਕੁਝ ਵਧੀਆ ਹੀ ਕੀਤਾ। ਹਾਂਜੀ, ਦੇਖੋ ਆਪਾਂ ਕਿੰਨਾ ਖੁਸ਼ੀ ਦਾ ਦਿਨ ਲਿਆ ਸਾਡੇ ਲਈ ਤਾਂ ਕੱਲ ਦਾ। ਜੀ ਜੀ। ਤੇ ਜੇ ਲੋਕੀ ਸਮਝ ਲੈਣ ਉਹਦੇ ਮਗਰ ਚੱਲਣ ਤਾਂ ਸਾਰੇ ਦੁਨੀਆ ਸੁੱਖ ਪਾ ਸਕਦੀ। ਨਹੀਂ ਹੁਣ ਜਿੱਦਾਂ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਜਿੱਦਾਂ ਬਈ ਸਾਰੇ ਲੋਕੀ, ਉਹਨਾਂ ਨੇ ਲਾਗੂ ਹੀ ਨਹੀਂ ਕੀਤਾ ਉਹਦੇ ਵਿੱਚ ਦੀ ਕੋਈ ਗੱਲ ਵੀ। ਉਹ ਤਾਂ ਮੈਂ ਕਹਿਣਾ ਨਹੀਂ ਚਾਹੁੰਦੀ, ਦੇਖੋ ਏਦਾਂ ਉਦਾਂ ਕਹਿੰਦੇ ਅਸੀਂ ਸਾਰੇ ਇੱਕ ਹੋਈਏ। ਹਾਂਜੀ। ਤੇ ਕੋਈ ਉੱਥੇ ਸੰਵਿਧਾਨ ਦੇ ਨਾਂ ਤੇ ਕੋਈ ਨਾਂ ਤਾਂ ਲੈਂਦਾ ਨਹੀਂ ਤੇ ਜੋ ਕੁਝ ਮਿਲਦਾ ਹੈ ਉਹਨਾਂ ਨੂੰ ਉੱਥੇ ਸੰਵਿਧਾਨ ਤੋਂ ਹੀ ਮਿਲਦਾ ਹੈ। ਜੀ ਜੀ। ਹੱਕ ਤਾਂ ਉਹਨਾਂ ਦਾ ਹੀ ਹੈ, ਜੋ ਕੁਝ ਲਿਖਿਆ ਹੈ ਉਹ ਮਿਲਦੇ ਆ। ਹੁਣ ਦੇਖੋ ਜਦੋਂ ਵੀ ਹੁਣ ਇੰਨਾ ਰੌਲਾ ਪਿਆ ਸੰਵਿਧਾਨ ਦੇ ਕਰਕੇ ਪਿਆ, ਉਹਦੇ ਤੇ ਲਿਖਿਆ ਕਰਕੇ ਆਪਾਂ ਨੂੰ ਹੱਕ ਆਪਾਂ ਮੰਗਦੇ ਆ। ਕਿਸੇ ਨੂੰ ਬਹਿਣ ਵੀ ਨਹੀਂ ਸੀ ਦੇਣਾ। ਹਾਂਜੀ, ਤਾਈਓ ਤਾਂ ਆਪਾਂ ਹੱਕ ਮੰਗਦੇ ਆ। ਜਿਹੜਾ ਕੱਲ ਨੂੰ ਉਹਨਾਂ ਨੇ ਕਰਨੀ ਆ ਟਰੈਕਟਰ ਰੈਲੀ, ਉਹ ਵੀ ਤਾਂ ਉਹਨਾਂ ਨੇ ਸੰਵਿਧਾਨ ਤੋਂ ਹੀ ਮਿਲਿਆ ਉਹਨਾਂ ਨੂੰ ਆਰਡਰ। ਜੀ। ਤੇ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ, ਉਹਦਾ ਨਾਂ ਲੈ ਕੇ ਵੀ ਨਹੀਂ ਲੋਕੀ ਰਾਜੀ। ਜੀ। ਤੇ ਅਸੀਂ ਤਾਂ ਇਹੀ ਕਹਿੰਨੇ ਜੋ ਵੀ ਕੁਝ ਹੈਗਾ ਠੀਕ ਠਾਕ ਹੋਵੇ। ਸਾਰੇ ਕਿਸੇ ਦੇ ਬੱਚੇ ਨੂੰ ਨਾ ਕਿਸੇ ਦੇ ਕੋਈ ਘਰ ਆਏ ਨੂੰ ਕਿਸੇ ਭੈਣ ਭਰਾ ਨੂੰ ਕੋਈ ਗੱਲ ਨਾ ਹੋਵੇ, ਕਿਸੇ ਨੂੰ ਨਾ ਹੋਵੇ। ਜਿੰਨੀਆਂ ਫੈਮਲੀਆਂ ਅਸੀਂ ਤਾਂ ਕਹਿੰਦੇ ਬਿਮਾਰ ਹੈ ਸਾਰੇ ਸੁੱਖ ਸਵੀਲੀ ਆਪਣੇ ਘਰਾਂ ਨੂੰ ਮੋੜਨ। ਹਾਂਜੀ। ਤੇ ਇਹ ਜਿਹੜਾ ਇੰਨਾ ਆਪਣਾ ਰੌਲਾ ਆ ਇਹ ਸਾਰਾ ਖਤਮ ਹੋਵੇ ਜੀ। ਸੰਵਿਧਾਨ ਆਪਣੇ ਉਹਨਾਂ ਦੇ ਹੱਕ ਮਿਲ ਜਾਣ। ਜੀ ਜੀ। ਇੱਕ ਉਹਨਾਂ ਦੇ ਨਹੀਂ ਸਾਰੇ ਗਰੀਬਾਂ ਦੇ ਵੀ ਆ, ਸਾਰੀ ਦੁਨੀਆ ਤੇ ਹੀ ਆ, ਸਾਰੇ ਮੁਲਕ ਦੇ ਵਿੱਚ ਹੀ ਆ ਏਦਾਂ। ਜੀ ਜੀ ਜੀ। ਤੇ ਜੇ ਉਹ ਨਾ ਹੋਊਗਾ ਤਾਂ ਵਿਚਾਰੇ ਗਰੀਬ ਵੀ ਕਿੱਧਰ ਜਾਊਗੇ। ਉਹੀ ਗੱਲ ਆ, ਜੇ ਹੁਣ ਜਿੱਦਾਂ ਜੋ ਸੰਵਿਧਾਨ ਚ ਲਿਖਿਆ ਸਾਰਿਆਂ ਨੂੰ ਮਿਲੀ ਜਾਵੇ ਤਾਂ ਫਿਰ ਆਪਣੇ ਉੱਥੇ ਰੌਲਾ ਕਾਹਨੂੰ ਪਵੇ? ਰੌਲਾ ਕਾਹਤੇ? ਜਾਤਾਂ ਪਾਤਾਂ ਦਾ ਕਾਹਤੇ ਰੌਲਾ ਹੈ? ਹਾਂਜੀ ਹਾਂਜੀ ਹਾਂਜੀ। ਹੁਣ ਵਿੱਚ ਕਹਿੰਦੇ ਵੀ ਜਾਤਾਂ ਪਾਤਾਂ ਇਹ ਨਹੀਂ ਵੰਡੀਆਂ, ਆਪ ਵੀ ਥੋੜੀਆਂ ਜਿਹੀਆਂ ਤਾਂ ਹਾਂਜੀ ਹਾਂਜੀ ਚਾਹੀਦਾ ਆ ਨਾ। ਹਾਂਜੀ। ਮਾੜੇ ਨੂੰ ਤਾਂ ਕੋਈ ਚੰਗਾ ਹੀ ਨਹੀਂ ਸਮਝਦਾ। ਉਹੀ ਗੱਲ ਹੁਣ ਇਹ ਗੱਲ ਕਹਿੰਦੀ ਆ, ਦੇਖੋ ਜੇ ਚਲੋ ਹੁਣ ਅਸੀਂ ਇਹ ਵੀ ਗੱਲ ਕਰਦੇ, ਜੇ ਕੋਈ ਗੰਨਾ ਕੋਈ ਗਰੀਬ ਵਿਚਾਰਾ ਭੰਨ ਲੈਂਦਾ ਤਾਂ ਉਹਨੂੰ ਵੀ ਕਿੱਦਾਂ ਕੁੱਟਦੇ ਆ। ਹਾਂਜੀ ਹਾਂਜੀ। ਤਾਂ ਆਪਣੇ ਜ਼ਿਮੀਂਦਾਰਾਂ ਦੇ ਉਹ ਕੋਈ ਗੰਨਾ ਭੰਨ ਲੈਂਦਾ ਗਰੀਬ ਵਿਚਾਰਾ ਤਾਂ ਕਿੱਦਾਂ ਕੁੱਟਦੇ ਆ। ਹਾਂਜੀ ਹਾਂਜੀ। ਉਦੋਂ ਵੀ ਸੋਚਣਾ ਚਾਹੀਦਾ ਨਾ ਗਰੀਬਾਂ ਦਾ। ਉਦਾਂ ਐਡੇ ਇਕੱਠੇ ਹੋਏ ਜਾਂ ਤਾਂ ਗਾਂ ਵੀ ਏਦਾਂ ਇਕੱਠੇ ਰਹਿਣ। ਹਾਂਜੀ, ਉਦਾਂ ਐਡੇ ਆਪਾਂ ਲੰਗਰ ਲਾਉਂਦੇ ਆ ਤਾਂ ਫਿਰ ਏਦਾਂ ਦੀ ਗੱਲ ਵੀ ਬਰਦਾਸ਼ਤ ਕਰਨੀ ਚਾਹੀਦੀ ਆ। ਹਾਂਜੀ, ਕਿੱਦਾਂ ਗਰੀਬਾਂ ਨਾਲ ਆਪਣੇ ਸਾਹਮਣੇ ਹੁੰਦੀ ਆ। ਜੀ ਜੀ ਜੀ। ਤੇ ਹੁਣ ਸਾਰੇ ਕਹਿੰਦੇ ਵੀ ਸਾਡੇ ਨਾਲ ਰਲੇ ਆ। ਜੀ ਜੀ। ਹੁਣ ਜਿੱਦਾਂ ਸਾਰੇ ਰਲੇ ਆ ਫਿਰ ਸਾਰਿਆਂ ਦਾ ਨਾਂ ਵੀ ਹੋਣਾ ਚਾਹੀਦਾ ਰਲ ਮਿਲ ਕੇ, ਜਿੱਦਾਂ ਸਾਰੇ ਕਰਦੇ ਆ ਨਾ। ਹਾਂਜੀ। ਦਿਖਾਉਂਦੇ ਥੋੜੀ ਇੰਨਾ ਕੋਈ। ਹਾਂਜੀ ਹਾਂਜੀ। ਤੇ ਉਹ ਆਪਣੀਆਂ ਜਿੱਦਾਂ ਫੈਮਲੀਆਂ ਆਪਣੇ ਜਿੱਦਾਂ ਦਿਖਾਉਂਦੇ ਆ। ਹਾਂਜੀ। ਤੇ ਹੋਰ ਤਾਂ ਕੋਈ ਦਿਖਾਉਂਦਾ ਹੀ ਨਹੀਂਗਾ ਵੀ ਉਹ ਜਿਹੜੇ ਵਿਚਾਰੇ ਹੋਰ ਵੀ ਗਈ ਇੰਨੀ ਜਨਤਾ।
ਅਸੀਂ ਤਾਂ ਉਹਦੀ ਵੀ ਦੁਆ ਕਰਦੇ ਸਾਰੇ ਉੱਥੇ ਜਿੰਨੇ ਵੀ ਭੈਣ ਭਰਾ ਗਏ ਤੰਦਰੁਸਤ ਮੁੜ ਕੇ ਘਰ ਨੂੰ ਆਉਣ, ਜਿੰਨੇ ਇੱਥੇ ਆਪਣੇ ਘਰਾਂ 'ਚ ਦੁਨੀਆ ਬਿਮਾਰ ਹੋਈ ਆ। ਦੇਖੋ ਜੀ ਬਿਮਾਰੀ ਕਿੱਦਾਂ ਦੀ ਆਈ, ਇੱਕ ਲੜਾਈ ਕਿੱਦਾਂ ਪਈ ਆ ਜੀ, ਤੇ ਇੱਕ ਟਾਈਮ ਦੇਖੋ ਤੁਸੀਂ ਕਿੱਦਾਂ ਦਾ ਆ, ਬਹੁਤ ਮੁਸ਼ਕਲ ਆ। ਹਾਂਜੀ, ਜੇ ਕੋਈ ਵਿਚਾਰਾ ਦੁਨੀਆ ਤੋਂ ਜਾਂਦਾ ਉਹਦਾ ਮੂੰਹ ਵੀ ਨਹੀਂ ਆਪਾਂ ਦੇਖ ਸਕਦੇ, ਮੂੰਹ ਨਹੀਂ ਦੇਖ ਸਕਦੇ, ਉਹਨਾਂ ਦੀ ਫੈਮਿਲੀ ਕੋ ਜਾ ਕੇ ਨਹੀਂ ਬਹਿ ਸਕਦੇ। ਹਾਂਜੀ, ਐਡੀ ਵੱਡੀ ਦੇਖੋ ਤਾਂ ਗੱਲ ਆ, ਤਾਂ ਆਪਾਂ ਨੂੰ ਫੇਰ ਵੀ ਸਮਝ ਲੈਣਾ ਚਾਹੀਦਾ ਹੈ ਜੀ। ਤੇ ਵਿਚਾਰ ਦਿਨ ਦੀ ਜ਼ਿੰਦਗੀ ਹੈ, ਤੁਸੀਂ ਹੱਸ ਕੇ ਗੁਜ਼ਾਰੋ। ਉਹੀ ਗੱਲ ਆਪਾਂ ਦੇਖੋ ਉਸ ਫੈਮਿਲੀ ਦੇ ਨਾਲ ਦੁੱਖ ਸੁੱਖ ਵੀ ਨਹੀਂ ਜਾ ਕੇ ਕਰ ਸਕਦੇ ਹਨ, ਜਾਣੇ ਬੜੇ ਚੱਲ ਜਾਂਦੇ, ਪਤਾ ਨਹੀਂ ਕਿੱਥੇ ਗਏ ਉਹ ਟਾਈਮ। ਹਾਂਜੀ ਹਾਂਜੀ ਹਾਂਜੀ, ਅਸੀਂ ਤਾਂ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ, ਭਾਜੀ ਬਹੁਤ ਸੋਹਣੀ ਦੱਸਦਾ ਹੈ ਗੱਲਾਂ ਬਾਤਾਂ। ਥੈਂਕ ਯੂ ਜੀ, ਤੇ ਬਹੁਤ ਕੁਝ ਪਤਾ ਮਿਲਦਾ ਆ। ਹਾਂਜੀ, ਮੈਂ ਸਾਰਿਆਂ ਨੂੰ ਜੈ ਗੁਰਦੇਵ ਜੈ ਭੀਮ ਕਹਿੰਦੀ, ਜਿੰਨੇ ਜੈ ਭੀਮ ਜੀ ਜੈ ਗੁਰਦੇਵ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸਤਿਆ ਰਤੂ ਜੀ। ਇਹ ਸੀ ਸਤਿਆ ਰਤੂ ਜੀ। ਤਾਂ ਇਹ ਵੀ ਦੇਖੋ ਸੰਵਿਧਾਨ ਬਾਰੇ ਵੀ ਗੱਲਾਂ ਕਰਕੇ ਗਏ, 26 ਜਨਵਰੀ ਬਾਰੇ ਵੀ ਕਰਕੇ ਗਏ ਆ, ਤੇ ਬਾਕੀ ਜਿਹੜੀਆਂ ਆਪਣੇ ਇੱਥੇ ਪ੍ਰੋਬਲਮਾਂ ਆਈਆਂ ਆ ਉਹਦਾ ਬੜਾ ਦੁੱਖ ਲੱਗਦਾ। ਸਾਰੇ ਭੈਣ ਭਰਾਵਾਂ ਨੂੰ ਅਸੀਂ ਇਹੀ ਕਹਿੰਦੇ ਆ ਵੀ ਆਪਣੇ ਘਰਾਂ ਦੇ ਵਿੱਚ ਬਚ ਕੇ ਬੱਚਿਆਂ ਨੂੰ ਵੀ ਤੇ ਆਪਣੇ ਸਿਆਣਿਆਂ ਨੂੰ ਵੀ ਬਚਾ ਕੇ ਰੱਖੋ। ਜਿੱਦਾਂ ਬਹੁਤ ਜ਼ਿਆਦਾ ਦੁੱਖ ਲੱਗਦਾ ਜਿਹੜੀਆਂ ਫੈਮਲੀਆਂ ਦੇ ਵਿੱਚ ਬਿਮਾਰੀ ਆਈ ਹੋਈ ਆ, ਤੇ ਬੜਾ ਦੁੱਖ ਲੱਗਦਾ ਜਾਂ ਦੱਸਦੇ ਆ ਵੀ ਸਾਨੂੰ ਇੰਨੀ ਪ੍ਰੋਬਲਮ ਆਈ, ਉਹਨਾਂ ਤੋਂ ਬੋਲਿਆ ਨਹੀਂ ਜਾਂਦਾ। ਤੇ ਇਸ ਕਰਕੇ ਸਾਡਾ ਬਾਰ-ਬਾਰ ਕਹਿਣਾ ਆ ਵੀ ਤੁਸੀਂ ਜਿੱਦਾਂ ਬਚ ਕੇ ਘਰਾਂ ਦੇ ਵਿੱਚ ਜਾਓ। ਅਸੀਂ ਇਹ ਵੀ ਸੁਣਿਆ ਵੀ ਇੱਥੇ ਵਿਆਹ ਹੋਇਆ ਇੰਗਲੈਂਡ ਦੇ ਵਿੱਚ, 400 ਬੰਦਾ ਹਾਲ ਦੇ ਵਿੱਚ ਗਿਆ ਸੀਗਾ, ਤਾਂ ਉੱਥੇ ਜਾਂ ਛਾਪਾ ਪਿਆ ਤੇ ਫਿਰ ਉੱਥੇ ਪਤਾ ਲੱਗਾ ਉਹਨਾਂ ਨੇ ਜਿੱਦਾਂ ਸਕਰੀਨ ਵੀ ਸ਼ੀਸ਼ਿਆਂ ਦੀ ਜਿੱਦਾਂ ਕਹਿੰਦੇ ਸੀ ਰੰਗ ਉਹਨਾਂ ਨੇ ਬਲੈਕ ਕੀਤਾ ਸੀ ਵੀ ਪਤਾ ਨਾ ਲੱਗੇ ਬਾਹਰ, ਤੇ ਉੱਥੇ ਕਾਫੀ ਰੌਲਾ ਪਿਆ ਹੈਗਾ ਆ, ਤਾਂ ਉਹਨਾਂ ਨੂੰ ਜੁਰਮਾਨਾ ਵੀ ਹੋਇਆ। ਦੇਖੋ ਤੁਸੀਂ ਵੀ ਸਾਰੀ ਦੁਨੀਆ ਤੜਫੀ ਪਈ ਆ, ਤਾਂ ਤੁਹਾਨੂੰ ਵਿਆਹ ਦਾ ਚਾਅ ਚੜਿਆ, ਵਿਆਹ ਤੁਸੀਂ ਕਰਨਾ, ਤੁਸੀਂ ਜਿੱਦਾਂ ਘਰ ਦੀ ਫੈਮਿਲੀ ਕਰ ਲਓ 2-4 ਜਾਣੇ ਹੋ ਕੇ, ਜੇ ਤੁਹਾਨੂੰ ਪੱਕਾ ਵੀ ਕਰਨਾ ਹੀ ਆ। ਜੇ ਤੁਹਾਨੂੰ ਗੌਰਮੈਂਟ ਸਮਝਾਉਂਦੀ, ਤੁਹਾਨੂੰ ਸਮਝਣਾ ਚਾਹੀਦਾ ਆ। ਸਾਰੀ ਦੁਨੀਆ ਦਾ ਬੁਰਾ ਹਾਲ ਹੋਇਆ ਪਿਆ ਆ, ਹੈ ਨਾ। ਤੇ ਬਾਕੀ ਜਿੰਨੇ ਵੀ ਭੈਣ ਭਰਾ ਸੁਣ ਰਹੇ ਆ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਆ 0121502304 ਇਹ 'ਤੇ ਆ ਕੇ ਤੁਸੀਂ ਗੱਲ ਕਰ ਸਕਦੇ ਆ। ਤੇ ਅਸੀਂ ਵੀ ਦੇਖੋ ਸਨੋ ਪਈ ਹੋਈ ਆ, ਅਸੀਂ ਇਸੇ ਕਰਕੇ ਆਏ ਆ ਵੀ ਜਿਹੜੇ ਭੈਣ ਭਰਾ ਘਰਾਂ ਦੇ ਵਿੱਚ ਤੰਗ ਆ, ਜਿੰਨੇ ਨਿਊਜ਼ ਨਹੀਂ ਕਈ ਵਾਰੀ ਕਿਸੇ ਨੂੰ ਪਤਾ ਲੱਗਦਾ, ਉਹਦੇ ਕਰਕੇ ਅਸੀਂ ਕਿਹਾ ਚੱਲ ਥੋੜਾ ਜਿਹਾ ਅਸੀਂ ਜਾ ਕੇ ਕੋਈ ਗੱਲ ਕਰਕੇ ਆਉਂਦੇ ਆ, ਹੈ ਨਾ। ਤੇ ਹੁਣ ਅਸੀਂ ਜਾਂਦੇ ਕਾਲ ਵੱਲ। ਹੈਲੋ ਜੀ। हेलो जी, जय वाल्मीकि जी। जय वाल्मीकि जी, तुसी ठीक है? धन गुरदेव जय गुरदेव जी। हाँ जी ठीक है। हाँ जी, कौन था कित्थों बोल रहे जी? मैं जी बेडफोर्ड तो बोलदा। हाँ जी, की कहना चाहते बीर जी? नाम मेरा गुरदयाल खलियान है। मैं शब्द बोलना चाहता है। हाँ जी बोल लो जी। बोल सकते हैं? हाँ जी बोल लो जी। जय बाबा पणाहारी असी तेन सीस नवांदे हां जी। जय जी जी। हेलो जी, कॉल ड्रॉप हो गई किसी कारण, तो तुसी दोबारा कॉल कर सकते हैं, तो आपां फिर मुड़ के तुसी आके गल कर सकते हैं। तो होर भी भैन भरा जिहड़े सुन रहे आ, जे सारे घरां दे विच तंदरुस्त होण, ते आके जरूर सानू आके गलबात दसो भी घरां दे विच सारे तंदरुस्त है। जिन्ने भी साडे इत्थे भैन भरा आउंदे आ, ते सानू जरूर पता होना चाहिए सारे अपने घरां दे विच तंदरुस्त रहण। ते असीं इदां ही बस दुआ करदे, सारिआं दी असीं यही दुआ करदे परमात्मा इन्हां नूं ठीक ठाक रखे, अपणीआं फैमिलियां दे विच हੱਸਦੇ खेलदे रहण। जाने वाले चल जाते, ਜਿਹੜੀਆਂ ਫੈਮਲੀਆਂ ਮਗਰ ਆ ਉਹਨਾਂ ਦੇ ਦੇਖੋ ਕਿੰਨਾ ਮੁਸ਼ਕਲ ਹੁੰਦਾ ਆ ਬਈ ਉਹਨਾਂ ਦੇ ਕੋਲ ਆਪਾਂ ਜਾ ਵੀ ਨਹੀਂ ਸਕਦੇ, ਬੈਠ ਵੀ ਨਹੀਂ ਸਕਦੇ ਜਾ ਕੇ। ਤੇ ਇੱਕ ਜਿਹੜਾ ਆਪਣੇ ਘਰੋਂ ਇਨਸਾਨ ਚਲ ਜਾਂਦਾ ਉਹਦਾ ਆਪਾਂ ਮੂੰਹ ਵੀ ਨਹੀਂ ਦੇਖ ਸਕਦੇ, ਤਾਂ ਉਹਨੂੰ ਵਾਪਸ ਆਪਾਂ ਘਰ 'ਚ ਵੀ ਨਹੀਂ ਲਿਆ ਸਕਦੇ। ਕਿੱਦਾਂ ਦੀ ਇਹ ਬਿਮਾਰੀ ਆ, ਜਿੱਦਾਂ ਸੁਣ ਕੇ ਬਹੁਤ ਦੁੱਖ ਲੱਗਦਾ ਆ। ਤੇ ਤੁਸੀਂ ਵੀ ਭੈਣ ਭਰਾ ਸਾਰੇ ਬਸ ਇਹੀ ਦੁਆ ਕਰੋ ਵੀ ਸਾਰੀ ਬਿਮਾਰੀ ਇਹ ਛੇਤੀ ਤੋਂ ਛੇਤੀ ਚੱਲ ਜਾਵੇ, ਤਾਂ ਆਪਣੇ ਘਰਾਂ 'ਚ ਤੰਦਰੁਸਤ ਰਹਿਣ, ਤਾਂ ਆਪਾਂ ਰਲ ਮਿਲ ਕੇ ਇੱਦਾਂ ਹੱਸਦੇ ਖੇਲਦੇ ਫੇਰ ਮਿਲੀਏ ਸਾਰਿਆਂ ਨੂੰ। ਤੇ ਫਿਰ ਆਪਾਂ ਜਦੋਂ ਵੀ ਇਹ ਬਿਮਾਰੀ ਚੱਲ ਜਾਊਗੀ ਤਾਂ ਆਪਾਂ ਫਿਰ ਇੱਦਾਂ ਹੀ ਮਿਲਾਂਗੇ ਕਿਸੇ ਨੂੰ। ਤੇ ਹੋਰ ਦੇਖੋ ਇਹ 26 ਜਨਵਰੀ ਤੁਸੀਂ ਗੱਲ ਕਰ ਸਕਦੇ ਆ ਕਿ, ਤੇ ਬਾਕੀ ਆਹ ਆਪਣੇ ਜਿਹੜੀ ਆ ਕਰੋਨਾ ਬਿਮਾਰੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਆ, ਬੇਸ ਕਰਕੇ ਸਾਰੀ ਦੁਨੀਆ ਅੰਦਰ ਦੱਬੀ ਪਈ ਆ, ਅੰਦਰ ਸਾਰੇ ਢਕੇ ਪਏ ਆ ਬਈ ਬਸ ਬਾਹਰ ਜਾ ਹੀ ਨਹੀਂ ਸਕਦੇ, ਡਰਦੇ। ਸਿਆਣੇ ਦੇਖੋ ਅੱਗੇ ਕਦੀ ਕਦੀ ਬਾਹਰ ਜਾ ਜੂ ਆਉਂਦੇ ਹੁੰਦੇ ਸੀ, ਹੁਣ ਉਹ ਵੀ ਅੰਦਰੇ ਵਿਚਾਰੇ ਵੱਜ ਕੇ ਬੈਠੇ ਆ, ਕਿਤੇ ਜਾ ਨਹੀਂ ਸਕਦੇ। ਤਾਂ ਜਿਹੜੇ ਖਾਣਾ ਲੈਣ ਜਾਂਦੇ ਇੱਕ ਦਾ ਉਹੀ ਬਸ ਲੈ ਆਉਂਦਾ, ਤਾਂ ਆ ਕੇ ਅੰਦਰ ਫਿਰ ਵੜ ਜੀਦਾ ਆਪਾਂ। ਤੇ ਹੁਣ ਤੁਹਾਨੂੰ ਪਤਾ ਹੀ ਆ ਜਿਹੜੇ ਇਕੱਲੇ ਰਹਿੰਦੇ ਆ ਉਹਨਾਂ ਨੂੰ
ਕਈ ਵਾਰੀ ਡਿਪਰੈਸ਼ਨ ਹੋ ਜਾਂਦਾ ਆ। ਹਾਂਜੀ ਅਸੀਂ ਜਾਂਦੇ ਕੋਰਵਲ ਜੀ। ਹੈਲੋ ਜੀ। ਹੈਲੋ ਰਾਣੀ ਜੀ, ਜੈ ਗੁਰਦੇਵ। ਧੰਨ ਗੁਰਦੇਵ ਜੀ, ਆ ਜਾਓ ਮਿੱਡਾ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਭਾਜੀ ਨੂੰ ਵੀ ਜੈ ਗੁਰਦੇਵ ਤੇ ਤੁਹਾਨੂੰ ਵੀ ਜੀ। ਦੇਖੋ ਤੁਸੀਂ ਠੰਡ ਦੇ ਵਿੱਚ ਆ ਕੇ ਕਿਦਾਂ ਜਦੋਂ ਕੌਮ ਦੀ ਸੇਵਾ ਕਰਦੇ ਆ। ਜੀ ਭੈਣ ਜੀ, ਆਪਾਂ ਨੂੰ ਦੁੱਖ ਬਹੁਤ ਲੱਗਦਾ ਆਪਣੇ ਘਰਾਂ ਦੇ ਵਿੱਚ ਇਨਸਾਨ ਜਾਂਦੇ ਜਦੋਂ ਜਾਂ ਆਪਣੀਆਂ ਫੈਮਲੀਆਂ ਬਿਮਾਰ ਆ, ਅਸੀਂ ਅਰਦਾਸ ਕਰਦੇ ਆ ਵੀ ਉਹ ਠੀਕ ਠਾਕ ਰਹਿਣ ਬਸ। ਅਸੀਂ ਵੀ ਇਹ ਅਰਦਾਸ ਕਰਦੇ ਆ ਗੁਰੂ ਦੇ ਚਰਨਾਂ ਦੇ ਵਿੱਚ ਜੀ ਤੇ ਪ੍ਰਮਾਤਮਾ ਤੋਂ ਸਭ ਦਾ ਭਲਾ ਕਰਦੇ, ਸਭ ਨੂੰ ਤੰਦਰੁਸਤੀ ਦੇਵੇ। ਦੇਖੋ ਜਦੋਂ ਇਦਾਂ ਦਾ ਹੈਪਨ ਹੋ ਜਾਂਦਾ ਆ ਜੀ, ਕਿਸੇ ਦੇ ਆਪਾਂ ਅਫਸੋਸ ਨੂੰ ਵੀ ਨਹੀਂ ਜਾ ਸਕਦੇ ਹੈਗੇ ਹਨਾ। ਜੀ ਜੀ, ਕਿਤੇ ਜਾ ਨਹੀਂ ਸਕਦੇ ਹੈਗੇ। ਮੇਰੇ ਜੇਠ ਦਾ ਲੜਕਾ ਇੱਥੇ ਜਿੱਦਾਂ ਚੜਾਈ ਕਰ ਗਿਆ ਸੀਗਾ ਜੀ, ਥੋੜੇ ਮਹੀਨਾ ਕੀ ਹੋਇਆ ਆ ਜੀ ਜੀ, ਤਾਂ ਅਸੀਂ ਦੇਖ ਲਓ ਇੱਥੇ ਜਿੱਦਾਂ ਰੋਡ ਦੇ ਵਿੱਚ ਖੜੇ ਹੋ ਕੇ ਦੇਖ ਕੇ ਆਏ ਉਹਨੂੰ, ਪਰ ਅਸੀਂ ਜਾ ਨਹੀਂ ਸਕੇ ਹੈਗੇ ਜੀ ਹੈਨਾ। ਤਾਂ ਘਰ ਹੀ ਬੈਠੇ ਬੰਦਾ ਤੜਫਦਾ ਆ ਵੀ ਚਲੋ ਅਸੀਂ ਕੀ ਕਰੀਏ, ਹੁਣ ਕਿਸੇ ਕੋਲ ਜਾ ਵੀ ਨਹੀਂ ਸਕਦੇ ਨਾ ਅਗਲਾ ਆ ਸਕਦਾ ਹੈਗਾ ਹਨਾ। ਹਾਂਜੀ ਬਹੁਤ ਰਾਣੀ ਜੀ ਮੁਸ਼ਕਲ ਦੀ ਘੜੀ ਅੱਜ ਹੀ ਆ ਜੀ, ਬਹੁਤ ਮੁਸ਼ਕਲ ਹੋਇਆ ਹੈ ਸਾਰੇ ਪਾਸੇ। ਅਸੀਂ ਇਹੋ ਹੀ ਹੱਥ ਜੋੜ ਕੇ ਅਰਦਾਸਾਂ ਕਰਦੇ ਆ ਸਤਿਗੁਰਾਂ ਦੇ ਚਰਨਾਂ ਵਿੱਚ, ਜੋ ਵੀ ਕੱਲ ਨੂੰ ਜਿੱਦਾਂ ਕਹਿੰਦੇ ਸਾਡੇ ਭੈਣਾ ਭਰਾ ਹੀ ਆ ਉਹ ਵੀ ਜਿੱਦਾਂ ਕਹਿੰਦੇ ਹੁੰਦੇ ਆ ਨਿਬੇੜਾ ਹੋ ਜਾਵੇ, ਹੱਕਾਂ ਦੇ ਹੱਕ ਉਹਨਾਂ ਨੂੰ ਮਿਲ ਜਾਣ ਜੀ। ਅਸੀਂ ਵੀ ਸਾਰੇ ਆਪਾਂ ਭੈਣ ਭਰਾ ਵਿੱਚੇ ਹੀ ਆ ਸਾਰੇ। ਹਾਂਜੀ ਵਿੱਚੇ ਠੰਡ ਚ ਇੰਨੀ ਚ ਬਾਹਰ ਗਏ ਹੋਏ ਸਾਰੇ, ਠੰਡ ਦੇ ਵਿੱਚ ਇੰਨੇ ਬਾਹਰ ਗਏ, ਇੰਨੇ ਉੱਥੇ ਹੈਪਨ ਹੁੰਦੇ ਆ। ਤਾਂ ਜਦੋਂ ਸੁਣੀ ਦੇ ਨਿਊਜ਼ ਤਾਂ ਡਰ ਹੀ ਲੱਗਣ ਲੱਗ ਪੈਂਦਾ ਹੈਗਾ ਵੀ ਦੇਖੋ ਕਿੱਦਾਂ ਮਤਲਬ ਦੁਨੀਆ ਤੇ ਕਿਉਂ ਇੰਨੀ ਭਾਰੀ ਹੈਗੀ ਆ। ਹਾਂਜੀ ਹੈਨਾ। ਤੇ ਰਾਣੀ ਜੀ ਤੁਸੀਂ ਵੀ ਬਹੁਤ ਵਿਚਾਰ ਰੱਖਿਓ ਜਿੱਦਾਂ ਮਤਲਬ ਠੰਡ ਹਾਂਜੀ ਭੈਣ ਜੀ, ਠੰਡ ਦੇ ਵਿੱਚ ਜਿੱਦਾਂ ਬਹੁਤ ਖਿਆਲ ਨਾਲ ਜਿੱਦਾਂ ਤੁਸੀਂ ਰੱਖਦੇ ਤੇ ਭੈਣ ਜੀ ਬਹੁਤ ਹੈ। ਬਾਕੀ ਤਾਂ ਕਹਿੰਦੇ ਹੁੰਦੇ ਉੱਪਰ ਵਾਲੇ ਦੀ ਕਿਰਪਾ ਆ ਵੀ ਉਹਦੇ ਨਾਲ ਆਪਾਂ ਤੁਰੇ ਫਿਰਦੇ ਆ ਤੇ ਬਾਕੀ ਬਚਾ ਤਾਂ ਬੜਾ ਰੱਖੀਦਾ ਆ। ਹਾਂਜੀ 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 ਹਾਂਜੀ। ਤਾਂ ਮੈਂ ਤੇ ਇਹ ਕਹਿੰਦੀ ਆ ਤੱਤੀ ਵਾਹ ਨਾ ਲੱਗਦੀ ਜੀ ਗੁਰਾਂ ਦੇ ਚਰਨੀ, ਗੁਰਾਂ ਦੇ ਚਰਨੀ ਹਨਾ ਜੀ ਜੀ। ਤੱਤੀ ਵਾਹ ਨਾ ਲੱਗੇ ਕਿਸੇ ਨੂੰ ਵੀ, ਪਰਮਾਤਮਾ ਤੋਂ ਕਿਸੇ ਨੂੰ ਦੁੱਖ ਨਾ ਲਿਆਵੀਂ। ਇਹ ਜਿਨ੍ਹਾਂ ਦੇ ਘਰ ਦੇ ਵਿੱਚ ਘਰਾਂ ਦੇ ਘਰ ਚਲ ਗਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਹਨਾ ਜੀ। 1600 ਦੇਖੋ ਤੁਸੀਂ ਸੁਣਿਆ 1700 1600 1800 ਤੇ ਵੀ ਲੋਕੀ ਗਏ। ਹਾਂਜੀ ਬਹੁਤ ਜ਼ਿਆਦਾ ਆ ਜਿੱਦਾਂ ਹਨਾ ਘਰ ਉਦਾਂ ਕਈ ਰਾਣੀ ਜੀ ਠੀਕ ਵੀ ਹੋ ਗਏ ਬਾਬੇ ਦੀ ਕਿਰਪਾ। ਅਸੀਂ ਤਾਂ ਕਹਿੰਦੇ ਸਾਰੇ ਠੀਕ ਹੋ ਜਾਣ, ਜੇ ਭਾਰੀ ਆਈ ਵੀ ਆ ਤਾਂ ਸਾਰੇ ਠੀਕ ਹੋਈ ਜਾਣ ਬਸ। ਹਾਂਜੀ ਠੀਕ ਵੀ ਹੋਈ ਜਾਣ। ਅਸੀਂ ਤਾਂ ਇਹ ਕਹਿੰਦੇ ਜੇ ਇੱਕ ਬਿਮਾਰੀ ਵੀ ਚਲੋ ਦੁੱਖ ਸੁੱਖ ਆਏ ਆ ਦੁਨੀਆ ਦੇ ਉੱਤੇ, ਦੁੱਖ ਹੈਗੇ ਆ ਪਰ ਠੀਕ ਵੀ ਹੋ ਜਾਣ, ਪਰਮਾਤਮਾ ਠੀਕ ਵੀ ਕਰੇ ਉਹਨਾਂ ਨੂੰ ਜੀ। ਹਾਂਜੀ ਆਪਣੀ ਸੱਤਿਆ ਰਤੂ ਭੈਣ ਜੀ ਆਏ ਸੀਗੇ, ਉਹਨਾਂ ਨੇ ਵੀ ਮੈਂ ਜੈਗ ਦੇ ਬੁਲਾਉਂਦੀ ਆ, ਬਹੁਤ ਸੋਹਣੀ ਆਪਣੀ ਕਵਿਤਾ ਲੈ ਕੇ ਆਉਂਦੇ, ਜਦੋਂ ਵੀ ਆਪਣੀਆਂ ਲਿਖੀਆਂ ਵੀ ਬੋਲਦੇ ਜੀ, ਆਪੇ ਲਿਖ ਕੇ ਲਿਆਉਂਦੇ ਬੋਲਦੇ ਬਹੁਤ ਸੋਹਣਾ। ਉਹ ਵੀ ਤਾਂ ਬਹੁਤ ਜਿੱਦਾਂ ਆਸ਼ਾ ਮਾਲ ਵੀ ਆਉਂਦੇ ਹੁੰਦੇ ਆ, ਬਹੁਤ ਜਿੱਦਾਂ ਆਪਣੀਆਂ ਕਵਿਤਾਵਾਂ ਲਿਖ ਕੇ ਲਿਆਉਂਦੀਆਂ ਆ ਜੀ। ਤਾਂ ਦੇਖੋ ਭੈਣਾਂ ਨੂੰ ਕਿੰਨਾ ਗੁਰੂ ਨਾਲ ਪਿਆਰ ਹੈਗਾ ਹਨਾ। ਹਾਂਜੀ ਹਾਂਜੀ ਆ ਦੇਖੋ ਮੀਡੀਆ ਆਪਾਂ ਨੂੰ ਮਿਲਿਆ ਤਾਂ ਆਪਾਂ ਗੱਲਬਾਤ ਇੱਕ ਦੂਜੇ ਦਾ ਦੁੱਖ ਸੁੱਖ ਸੁਣਦੇ ਆ। ਹਾਂਜੀ ਹਾਂਜੀ, ਜੇ ਨਾ ਹੋਵੇ ਤਾਂ ਆਪਾਂ ਨੂੰ ਕਿੱਥੋਂ ਪਤਾ ਲੱਗਣਾ ਕਿਸੇ ਗੱਲ ਦਾ? ਨਹੀਂ ਲੱਗ ਸਕਦਾ ਹੈਗਾ, ਪਤਾ ਨਹੀਂ ਲੱਗਦਾ ਜੀ। ਹਾਂਜੀ ਹੁਣ ਕੱਲ 26 ਜਨਵਰੀ ਆ, ਅਸੀਂ ਵਧਾਈਆਂ ਕਿੱਦਾਂ ਦੀ ਅਸੀਂ ਵਧਾਈਆਂ ਉਦੋਂ ਦੇਵਾਂਗੇ ਜਦੋਂ ਮਤਲਬ ਉੱਥੋਂ ਭੈਣਾ ਭਰਾ ਸਾਡੇ ਜਿੱਦਾਂ ਮਾਪਿਆਂ ਵਰਗੇ ਉੱਥੋਂ ਜਿੱਦਾਂ ਕਹਿੰਦੇ ਹਾਂਜੀ ਸਾਰੇ ਮੁੜ ਕੇ ਆਉਣਗੇ ਠੀਕ ਹੋ ਕੇ ਸਾਰੇ, ਜਿੱਦਾਂ ਵੀ ਕੋਈ ਉਹਨਾਂ ਦਾ ਹੋਣ ਤਾਂ ਅਸੀਂ ਵਧਾਈਆਂ ਦੇਵਾਂਗੇ, ਪ੍ਰੋਬਲਮ ਹੱਲ ਹੋਵੇ ਪਹਿਲਾਂ ਸਾਰੀ। ਹਾਂਜੀ ਹਾਂਜੀ ਸਾਰਾ ਕੁਝ ਠੀਕ ਹੋਵੇ ਜੀ ਜੀ। ਹਾਂਜੀ ਦੇਖੋ ਕਿੱਦਾਂ ਉੱਥੇ ਠੰਡ ਦੇ ਵਿੱਚ, ਇੰਨੀ ਠੰਡ ਦੇ ਵਿੱਚ ਇੱਥੇ ਬਾਹਰ ਜਾਣ ਨੂੰ ਰੋਡ ਦੇ ਵਿੱਚ ਜੀ ਨਹੀਂ ਕਰਦਾ ਜੀ ਹਨਾ। ਇੱਥੇ ਡੋਰੋਂ ਬਾਹਰ ਨਿਕਲਣ ਨੂੰ ਰੂਹ ਨਹੀਂ ਕਰਦੀ ਹੈਗੀ। ਦੇਖੋ ਇੰਨੇ ਉਹ ਠੰਡ ਦੇ ਵਿੱਚ ਉੱਥੇ ਵਿਚਾਰੇ 2 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ ਹਾਂਜੀ ਹਨਾ। ਅੱਛਾ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ, ਬਹੁਤ ਮੁਸ਼ਕਲ ਹੋਈ ਉਹ ਜਿੱਤ ਕੇ ਆਉਣ ਜੀ ਜੀ। ਤਾਂ ਰਾਣੀ ਜੀ ਦਾ ਖਿਆਲ ਰੱਖਣਾ ਆਪਣਾ ਵੀ, ਤੁਸੀਂ ਵੀ ਜੀ ਖਿਆਲ ਰੱਖਿਓ, ਘਰ 'ਚ ਇਕੱਲੇ ਹੁੰਦੇ ਖਿਆਲ ਰੱਖਿਓ। ਹਾਂ ਨਹੀਂ ਕੋਈ ਨਹੀਂ, ਮੇਰੇ ਨਿਆਣੇ ਆ ਜਾਂਦੇ, ਮੇਰੇ ਮੁੰਡੇ ਸਾਰੇ ਕੁਝ ਸਮਾਨ ਸਮੂਨ ਲਿਆ, ਫੋਨ ਫਾਨ ਕਰ ਲਿਆ ਕਰੋ ਇੱਕ ਦੂਜੇ ਨੂੰ, ਜਿੱਦਾਂ ਗੱਲਾਂ ਬਾਤਾਂ ਕਰਿਆ ਕਰੋ ਤਾਂ ਫੇਰ ਘਰ 'ਚ ਠੀਕ ਰਹਿੰਦੇ ਆ। ਕਿਸੇ ਨੂੰ ਕਰ ਲਿਆ, ਕਦੇ ਕਿਸੇ ਭੈਣਾ ਭਰਾਵਾਂ ਨੂੰ ਕਰ ਲਈਦਾ ਆ ਹਾਂਜੀ। ਤਾਂ ਉਦਾਂ ਮੈਨੂੰ ਕੱਲੀ ਨੂੰ ਨਹੀਂ ਛੱਡਦੇ ਹੈਗੇ, ਮਤਲਬ ਮੇਰੇ ਨਿਆਣੇ ਆ ਜਾਂਦੇ ਆ ਜੀ। ਠੀਕ ਹੈ ਥੈਂਕ ਯੂ। ਮੁੰਡੇ ਮੇਰੇ ਆ ਜਾਂਦੇ ਆ, ਕੁੜੀਆਂ ਵੀ ਮੇਰੀਆਂ ਗੱਡੀ 'ਚ ਆ ਜਾਂਦੀਆਂ, ਦੇਖ ਜਾਂਦੀਆਂ, ਏਦਾਂ ਨਹੀਂ ਕੋਈ ਗੱਲ ਹੈਗੀ ਜੀ। ਟੈਲੀਫੋਨ ਕਰ ਲੈਂਦੇ ਆ ਹਨਾ ਹਾਂਜੀ। ਤਾਂ ਅੱਬਲ ਰਾਣੀ ਜੀ ਆਪਾਂ ਇਕੱਲੇ ਨਹੀਂ ਹੈਗੇ, ਮਹਾਰਾਜ ਦਾ ਨਾਲ ਜਿੱਦਾਂ ਕਹਿੰਦੇ ਉਹਦਾ ਆਸਰਾ ਚਾਹੀਦਾ ਆ। ਹਾਂਜੀ ਹਾਂਜੀ ਬਸ ਏਦਾਂ ਤੇਰੇ ਉੱਤੇ ਹੱਥ ਆ ਨਾ ਗੁਰੂ ਦਾ, ਉਹਨੂੰ ਡਰਨੇ ਦੀ ਕੋਈ ਲੋੜ ਨਹੀਂ। ਨਹੀਂ ਨਹੀਂ ਠੀਕ ਹੈ ਜੀ। ਹਾਂ ਨਹੀਂ ਡਰਦੇ ਅਸੀਂ, ਤਾਂ ਉਹਦਾ ਹੱਥ ਹੋਣਾ ਚਾਹੀਦਾ ਸਿਰ ਤੇ ਮਹਾਰਾਜ ਦਾ। ਬਸ ਸਾਰੇ ਠੀਕ ਠਾਕ ਰਹਿਣ, ਤੁਸੀਂ ਵੀ ਘਰ 'ਚ ਠੀਕ ਠਾਕ ਰਹਿਣਾ। ਕਮਲਾ ਹੁਣਾਂ ਨੂੰ ਵੀ ਜੈਗ ਦੇ ਬੁਲਾਉਂਦੇ ਹੋ। ਥੈਂਕ ਯੂ ਜੀ, ਥੈਂਕ ਯੂ। ਮੈਂ ਜੈਗ ਦੇ ਬੁਲਾਉਂਦਾ, ਥੈਂਕ ਯੂ ਜੀ।
ਹਾਂਜੀ, ਇਹ ਸੀ ਹਰਭਜਨ ਮਿੱਡਾ ਜੀ, ਆਪਣਾ ਦੁੱਖ ਸੁੱਖ ਕਰਕੇ ਗਏ ਸਾਡੇ ਨਾਲ। ਤੇ ਇਦਾਂ ਹੀ ਤੁਸੀਂ ਵੀ ਭੈਣ ਭਰਾ ਜਿੰਨੇ ਵੀ ਸੁਣ ਰਹੇ ਆ ਤੇ ਗੱਲਬਾਤ ਆ ਕੇ ਕਰ ਸਕਦੇ ਆ 26 ਜਨਵਰੀ ਲਈ, ਜਾਂ ਤੁਸੀਂ ਆਹ ਜਿਹੜੀ ਬਿਮਾਰੀ ਦੇ ਕਰਕੇ ਆਪਾਂ ਗੱਲਬਾਤ ਕਰਦੇ ਆ ਵੀ ਜਿੰਨੇ ਵੀ, ਜਿੱਦਾਂ ਕਈ ਵਾਰੀ ਸਿਆਣੇ ਘਰਾਂ 'ਚ ਇਕੱਲੇ ਇਕੱਲੇ ਰਹਿੰਦੇ ਹੁੰਦੇ, ਆਪਾਂ ਨੂੰ ਫਿਰ ਗੱਲਬਾਤ ਕਰਨੀ ਚਾਹੀਦੀ ਆ। ਜੇ ਉਹ ਇਕੱਲੇ ਹੁੰਦੇ ਆ ਤਾਂ ਉਹਨਾਂ ਦੇ ਬੱਚੇ ਆ, ਉਹ ਉਹਨਾਂ ਨੂੰ ਫੋਨ ਫਾਨ ਕਰੀ ਜਾਣ। ਵੀ ਕਈ ਵਾਰੀ ਸਿਆਣਿਆਂ ਨੂੰ ਨਹੀਂ ਕਰਨਾ ਆਉਂਦਾ ਤਾਂ ਕਈ ਵਾਰੀ ਇਕੱਲੇ ਬਹੁਤ ਆ ਘਰਾਂ 'ਚ, ਸਾਨੂੰ ਪਤਾ ਆ ਨਾ, ਅਸੀਂ ਸੁਣਦੇ ਰਹਿੰਦੇ ਆ। ਤੇ ਤੁਸੀਂ ਵੀ ਖਿਆਲ ਰੱਖਿਓ, ਜਿਹੜੇ ਵੀ ਭੈਣ ਭਰਾ ਸੁਣ ਰਹੇ ਆ ਸਾਰੇ ਆਪਣੇ ਆਪਣੇ ਬੱਚਿਆਂ ਦਾ ਤੇ ਆਪਣੇ ਸਿਆਣਿਆਂ ਦਾ ਖਿਆਲ ਰੱਖਣ, ਤੇ ਜਦੋਂ ਬਾਹਰ ਜਾਂਦੇ ਆ ਤਾਂ ਬਹੁਤ ਧਿਆਨ ਦੇ ਨਾਲ ਜਾਣ। ਹਾਂਜੀ, ਤੁਸੀਂ ਕਹਿਣਾ ਚਾਹੁੰਦੇ ਕੁਝ? ਹਾਂਜੀ, ਅਸੀਂ ਪਹਿਲਾਂ ਹੁਣ ਜਾਂਦੇ ਜੀ ਕਾਲ ਬਾਰ। ਹੈਲੋ ਜੀ। ਹੈਲੋ ਜੀ, ਜੈ ਵਾਲਮੀਕੀ ਜੀ। ਹਰ ਵਾਲਮੀਕ ਜੀ। ਭੈਣ ਜੀ ਮੈਂ ਮੁੜ ਕੇ ਆਇਆ ਆ। ਆ ਜਾਓ ਜੀ, ਆ ਜਾਓ। ਬਹੁਤ ਸੋਹਣਾ ਆ, ਮੈਂ ਸ਼ਬਦ ਭੁੱਲ ਗਿਆ ਸੀਗਾ ਦੂਸਰਾ। ਅੱਛਾ ਜੀ। ਪੜ੍ਹਨਾ ਹੋਰ ਸੀਗਾ ਤਾਂ ਫਿਰ ਪੜ੍ਹ ਹੋਰ ਮੈਂ ਪੜ੍ਹਨ ਲੱਗ ਪਿਆ ਸੀਗਾ। ਅਸੀਂ ਗੱਲ ਇਦਾਂ ਕਰਦੇ ਜੀ ਵੀ ਜਿੱਦਾਂ ਦਾ ਪ੍ਰੋਗਰਾਮ ਹੋਵੇ, ਗੱਲਬਾਤ ਉਦਾਂ ਦੀ ਹੋਵੇ, ਫਿਰ ਸੋਹਣੀ ਲੱਗਦੀ ਆ। ਹਾਂਜੀ ਹਾਂਜੀ, ਹੁਣ ਪੜ੍ਹ ਸਕਦਾ ਇੱਕ ਸ਼ਬਦ? ਕੀ ਕੀ ਕਰ ਲਓ ਸ਼ੁਰੂ, ਫਿਰ ਦੇਖ ਲੈਣੇ ਕੀ ਕੁਛ ਆ। ਅੱਛਾ ਜੀ ਜੀ। अब सौंप दिया सारा जीवन भगवान तुम्हारे चरणों में। अब सौंप दिया सारा जीवन भगवान तुम्हारे चरणों में। है जीत तुम्हारे चरणों में और हार तुम्हारे चरणों में। है जीत तुम्हारे चरणों में और हार तुम्हारे चरणों। थैंक यू जी, थैंक यू, थैंक यू, थैंक यू, धन्यवाद धन्यवाद। सो हाँ जी, बहुत सोहना सी गाउंदे ਤਾਂ ਚੰਗਾ ਲੱਗਾ ਉਹਨਾਂ ਨਾਲ। ਅਸੀਂ ਗੱਲ ਕਰਦੇ ਸੀ ਬਈ ਕਈ ਵਾਰੀ ਨਾ ਇਦਾਂ ਹੁੰਦਾ ਗੱਲ ਵੀ ਆਪਾਂ ਨੂੰ ਇਹ ਲੱਗਦਾ ਵੀ ਅਸੀਂ ਇੱਥੋਂ ਗੱਲ ਛੱਡੀ ਸੀ ਬਈ ਅਸੀਂ ਅੰਦਰ ਹੀ ਬੈਠੇ ਤੇ ਸਾਰੇ ਅੰਦਰ ਹੀ ਬੈਠੇ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਹੈਗਾ ਤੇ ਵਾਇਰਸ ਕਿਤੇ ਵੱਧ ਨਹੀਂ ਰਿਹਾ ਹੈਗਾ। ਹਾਂਜੀ, ਭਾਵੇਂ ਲੋਕਡਾਊਨ ਸਰਕਾਰ ਨੇ ਲਾਇਆ, ਹੁਣ ਦੇਖ ਲਓ ਕਿੰਨਾ ਚਿਰ ਹੋ ਗਿਆ, ਉਹ ਤੀਜਾ ਲੋਕਡਾਊਨ ਹੈ। ਇਹਦੇ ਅੰਦਰ ਕਰਦਿਆਂ ਵੀ ਪਿਛਲੇ ਹਫ਼ਤੇ 400 ਬੰਦਾ ਵਿਆਹ ਦੇ ਵਿੱਚ ਇਕੱਠਾ ਹੋਇਆ ਸੀ। ਹੁਣ ਇੱਥੇ ਤਾਂ ਸਾਨੂੰ ਤਾਂ ਇਦਾਂ ਕਿਹਾ ਵੀ ਤੁਸੀਂ ਇੱਕ ਦੂਜੇ ਦੇ ਘਰ ਨਹੀਂ ਜਾਣਾ। ਹਾਂਜੀ, ਆਪਾਂ ਕੋਲ ਵੱਲ ਤੇ ਬੰਦਾ 400 ਇਕੱਠਾ ਹੋ ਕੇ ਵਿਆਹ ਕਰ ਰਿਹਾ ਹੈਗਾ ਜੀ, ਤੇ ਅਸੀਂ ਕਹਿੰਦੇ ਵੀ ਫੈਲੇ ਨਾ ਜੀ ਜੀ, ਤੇ ਹੁਣ ਫੈਲਿਆ ਉਹ। ਹਾਂਜੀ, ਚਲੋ ਕਰ ਲਓ ਗੱਲ। ਹੈਲੋ ਜੀ, ਜੈ ਗੁਰਦੇਵ ਭੈਣ ਜੀ, ਰਾਣੀ ਜੀ, ਜੈ ਗੁਰਦੇਵ ਜੀ। ਧੰਨਵਾਦ ਜੀ। ਜੋਗੀ ਸਾਹਿਬ? ਹਾਂਜੀ, ਜੋਗਿੰਦਰ ਮਹੇ ਜੋਗੀ ਬੋਲਦਾ ਜੀ। ਜੋਗਿੰਦਰ ਮਹੇ ਜੋਗੀ ਜੀ। ਹਾਂਜੀ ਹਾਂਜੀ, ਇਜਾਜ਼ਤ ਹੋਵੇ ਡਾਕਟਰ ਮੇਦਕੇ ਦੀ ਸਿੱਖਿਆ ਤੇ 4 ਲਾਈਨਾਂ ਆ। ਹਾਂਜੀ ਹਾਂਜੀ, ਲੈ ਜੀ। ਹਾਂਜੀ, ਲੱਗ ਪਏ ਕਰਨ ਪੜ੍ਹਾਈਆਂ ਅਤੇ ਕਮਾਈਆਂ ਬੀਬੇ ਪੁੱਤ ਚਮਾਰਾਂ ਦੇ ਜੀ, ਪੜ੍ਹ ਲਿਖ ਕੇ ਬਣ ਗਏ ਜੱਜ ਵਕੀਲ ਮਾਲਕ ਕੋਠੀਆਂ ਕਾਰਾਂ ਦੇ। ਕਰਦੇ ਮਿਹਨਤ ਤੇ ਮਜ਼ਦੂਰੀ ਹੱਕ ਦੀ ਕਾਰ ਕਮਾਉਂਦੇ ਨੇ, ਨਾ ਕਰਨ ਲੜਾਈਆਂ ਝਗੜੇ, ਨਾ ਮਰਨੋਂ ਘਬਰਾਉਂਦੇ ਨੇ। ਹੱਕ ਸੱਚ ਲਈ ਕਰਨ ਲੜਾਈਆਂ ਨਾਲ ਪਿਆਰਾਂ ਦੇ, ਪੜ੍ਹ ਲਿਖ ਕੇ ਬਣ ਗਏ ਜੱਜ ਵਕੀਲ ਮਾਲਕ ਕੋਠੀਆਂ ਕਾਰਾਂ ਦੇ। ਭੀਮ ਰਾਓ ਦੀ ਸਿੱਖਿਆ ਤੇ ਅਸੀਂ ਪਹਿਰਾ ਦੇਣੇ ਆ, ਅਸੀਂ ਜਿੱਤ ਹੱਕ ਬਰਾਬਰ ਦੇ ਹੱਕ ਲੈ ਕੇ ਲੈਣੇ ਆ। ਅਸੀਂ ਜਿੱਤ ਕੇ ਹੱਕ ਬਰਾਬਰ ਦੇ ਹਰ ਇੱਕ ਨੇ ਲੈਣੇ ਆ। ਸਦਾ ਕਰੀਏ ਫੈਸਲੇ ਕੋਰਟ ਕਚਹਿਰੀ ਨਾਲ ਵਿਚਾਰਾਂ ਦੇ, ਪੜ੍ਹ ਲਿਖ ਕੇ ਬਣ ਗਏ ਜੱਜ ਵਕੀਲ ਮਾਡਲ ਕੋਠੀਆਂ ਘਰਾਂ ਦੇ। ਇਕੱਠੇ ਹੋ ਗਏ ਸਾਰੇ ਜੇ ਤੁਸੀਂ ਅਣਖ ਭਗਾਉਣੀ ਆ, ਪਾਪਖੰਡ ਦੀ ਢੇਰੀ ਲੱਗੀ ਜੋੜੋਂ ਮਕਾਉਣੀ ਆ। ਕੌਮ ਦੇ ਲੋਕੋ ਪਿੱਛੇ ਨਾ ਲੱਗੋ ਕਦੇ ਗਦਾਰਾਂ ਦੇ, ਪੜ੍ਹ ਲਿਖ ਕੇ ਬਣ ਗਏ ਜੱਜ ਵਕੀਲ ਮਾਲਕ ਕੋਠੀਆਂ ਘਰਾਂ ਦੇ। ਮੇਰੇ ਜੋਗੀ ਮਿੱਠੇ ਪੁਰੀਆ ਸੱਚ ਦੀ ਸਿਆਣੇ ਕਹਿੰਦੇ ਨੇ ਜੀ, ਮੇਰੇ ਜੋਗੀ ਮਿੱਠੇ ਪੁਰੀਆ ਸੱਚ ਸਿਆਣੇ ਕਹਿੰਦੇ ਨੇ। ਉਹ ਹੋਸ਼ ਜਵਾਨੀ ਵਾਲੇ ਦਿਨ ਸਦਾ ਰਹਿੰਦੇ ਨੇ, ਪੜ੍ਹ ਲਿਖ ਕੇ ਮੂੰਹ ਮੋੜ ਦਈਏ ਤਿੱਖੀਆਂ ਤਲਵਾਰਾਂ ਦੇ, ਪੜ੍ਹ ਲਿਖ ਕੇ ਮੂੰਹ ਮੋੜ ਦਈਏ ਤਿੱਖੀਆਂ ਤਲਵਾਰਾਂ ਦੇ। ਪੜ੍ਹ ਲਿਖ ਕੇ ਬਣ ਗਏ ਜੱਜ ਵਕੀਲ ਮਾਲਕ ਕੋਠੀਆਂ ਕਾਰਾਂ ਦੇ,
ਲੱਗ ਪਏ ਕਰਨ ਪੜ੍ਹਾਈਆਂ ਅਤੇ ਕਮਾਈਆਂ, ਬੀਬੇ ਪੁਲਿਸ ਮਾਰਨ ਦੇ, ਪੜ੍ਹ ਲਿਖ ਕੇ ਬਣ ਗਏ ਜੱਜ ਵਕੀਲ, ਮਾਲਕ ਕੋਠੀਆਂ ਕਰੇ। ਜੈ ਗੁਰਦੇਵ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਬਹੁਤ ਵਧੀਆ ਕਵਿਤਾ ਸੀ ਜੀ ਲਿਖੀ ਹੋ। ਹਾਂ ਬਹੁਤ ਵਧੀਆ ਸੀ। ਤੇ ਜਦੋਂ ਨਿਚੋੜ ਕੱਢਦੇ ਫਿਰ ਹੋਰ ਕੁਛ ਨਿਕਲਦਾ ਵੀ ਜਿਹੜੇ ਲੱਗ ਗਏ, ਜਿਹੜੇ ਰਹਿ ਗਏ। ਹਾਂਜੀ। ਜਿਹੜੇ ਰਹਿ ਗਏ ਉਹਨਾਂ ਦਾ ਵੀ ਕਦੀ ਲਿਖੋ ਵੀ ਕੀ ਹਾਲ ਹੈ ਉਹਨਾਂ ਦਾ, ਫਿਰ ਸੋਹਣਾ ਲੱਗੂਗਾ ਵੀ ਜਿਹੜੀ ਅਸਲੀ ਪਿਕਚਰ ਸਾਹਮਣੇ ਆਊਗੀ। ਜਿਹੜੇ ਚੰਦ ਕ ਬੰਦੇ ਬਾਹਰ ਆ ਉਹ ਰੋਟੀ ਚੰਗੀ ਖਾਈ ਜਾਂਦੇ, ਜਿਹੜੇ ਉੱਥੇ ਚੰਗੀ ਜੌਬ ਤੇ ਚੱਲ ਗਏ ਉਹ ਚੰਗੀ ਰੋਟੀ ਖਾਈ ਜਾਂਦੇ, ਬਾਕੀਆਂ ਦਾ ਇੰਨਾ ਭੈੜਾ ਹਾਲ ਆ ਅੰਤ ਕੋਈ ਨਹੀਂ। ਤੇ ਉਹਨਾਂ ਨੂੰ ਗੰਢੇ ਲੈਣ ਵੀ ਔਖੇ ਹੋਏ ਆ, ਉਹਨਾਂ ਤੇ ਵੀ ਲਿਖੋ ਕਦੀ ਗੱਲਬਾਤ। ਹਾਂਜੀ, ਉਹਨਾਂ ਦਾ ਕੋਈ ਚਾਂਸ ਨਹੀਂ ਲੱਗਦਾ ਵੀ ਉਹ ਕਿੱਧਰ ਨੂੰ ਜਾਣ। ਬਹੁਤ ਉੱਥੇ ਤੰਗ ਲੋਕੇ ਹੋਏ। ਪਿੰਡਾਂ ਦੇ ਵਿੱਚ ਦੇਖ ਲਓ, ਆਪਣੀ ਹਾਲਤ ਪਿੰਡਾਂ 'ਚ ਦੇਖ ਲਓ ਜਾ ਕੇ। ਜੇ ਅਸੀਂ ਆਪਣੇ ਪਿੰਡ ਦੀ ਗੱਲ ਕਰੀਏ ਤਾਂ 2 ਪਰਿਵਾਰ 3 ਹੋਣਗੇ ਬਾਹਰ, 2-3 ਜੌਬ ਤੇ ਹੋਣਗੇ, ਬਾਕੀਆਂ ਦਾ ਭੈੜਾ ਹਾਲ ਆ। ਸੋ ਇੱਦਾਂ ਸਾਰੇ ਪਿੰਡਾਂ ਦੇ ਵਿੱਚ ਕਿਸੇ ਪਿੰਡ ਵਿੱਚ 5-7 ਬੰਦੇ ਕਿਤੇ ਚੱਲ ਗਏ ਹੋਣਗੇ ਚੰਗੇ ਕੰਮ ਦੇ ਉੱਤੇ, ਨਹੀਂ ਤਾਂ ਮਾੜਾ ਹਾਲ ਆ ਸਾਰਿਆਂ ਦਾ। ਕਿਉਂਕਿ ਇਨਕਮ ਸੋਰਸ ਕੋਈ ਨਹੀਂ ਕੋਲ ਹੈਗਾ, ਜ਼ਮੀਨ ਜਾਇਦਾਦ ਕੋਈ ਨਹੀਂ ਕੋਲ ਹੈਗੀ, ਤੇ ਉਹਨਾਂ ਨੂੰ ਬਹੁਤ ਤਾਲਿਆਂ ਨਾਲ ਆਪਣੀ ਜ਼ਿੰਦਗੀ ਕੱਢਣੀ ਪੈਂਦੀ ਹੈਗੀ ਆ। ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਹੈਗੀ ਆ ਉਹਨਾਂ ਲਈ ਬਹੁਤ ਸੌਖਾ ਆ, ਉਹਨਾਂ ਦੀ ਰੋਟੀ ਫੇਰ ਵੀ ਬਹੁਤ ਸੌਖੀ ਤੁਰਦੀ ਹੈਗੀ ਆ, ਬਹੁਤ ਕੁਛ ਆ। ਤੁਹਾਨੂੰ ਪਿੰਡਾਂ ਵਿੱਚ ਮਕਾਨਾਂ ਤੋਂ ਪਤਾ ਲੱਗ ਜਾਂਦਾ ਵੀ ਕਿੱਦਾਂ ਦੇ ਹੈਗੇ ਆ, ਉਸ ਗੱਲ ਤੋਂ ਪਤਾ ਲੱਗ ਜਾਂਦਾ ਹੈਗਾ। ਕਹਿਣ ਨੂੰ ਭਾਵੇਂ ਕਾਣੀ ਵੰਡ ਨਹੀਂ ਹੈਗੀ, ਪਰ ਕਾਣੀ ਵੰਡ ਪੂਰੀ ਹੈਗੀ ਆ। ਹਾਂਜੀ ਜੀ, ਭਾਵੇਂ ਵੰਡ ਕੇ ਛਕਦੇ ਆਪਾਂ, ਪਰ ਕਾਣੀ ਵੰਡ ਪੂਰੀ ਹੈ, ਇੱਦਾਂ ਆ ਗੱਲ ਹੈ ਨਾ। ਤੇ ਅਸੀਂ ਗੱਲ ਕਰਦੇ ਹੈਗੇ ਆ ਵੀ ਜਿਹੜਾ ਇਹ 400 ਬੰਦਾ ਵਿਆਹ ਦੇ ਵਿੱਚ ਇਕੱਠਾ ਹੋਇਆ, ਤੇ ਗੌਰਮੈਂਟ ਵੱਲੋਂ ਕਹਿਣੇ ਆ ਵੀ ਇਹ, ਕਿਉਂਕਿ ਲੰਡਨ ਦਾ ਏਰੀਆ ਦੀ ਗੱਲ ਅਸੀਂ ਕਰਦੇ ਹਾਂ, ਈਸਟ ਲੰਡਨ ਵਿੱਚ ਹੋਇਆ ਸੀ ਇਹ, ਤੇ ਉੱਥੇ ਨਾਰਥ ਲੰਡਨ ਵਿੱਚ ਵੀ ਉੱਥੇ ਸਭ ਤੋਂ ਪਹਿਲਾਂ ਲੋਕਡਾਊਨ ਲੱਗਾ ਸੀ ਵੀ ਉੱਥੇ ਵਾਇਰਸ ਜ਼ਿਆਦਾ ਤੇਜ਼ ਸੀ, ਤਾਂ ਉੱਥੇ 400 ਬੰਦੇ ਦੇ ਵਿਆਹ ਵੀ ਹੁੰਦੇ ਹੈਗੇ ਆ। ਦੇਖੋ ਤੁਸੀਂ ਕਿੱਦਾਂ ਲੋਕਾਂ ਦੇ ਅੱਖੀ ਘੱਟਾ ਪਾਉਂਦੇ ਆ। ਹਾਂ, ਉਹ ਕਹਿੰਦੇ ਜਿਹੜਾ ਆਰਗੇਨਾਈਜ਼ਰ ਸੀਗਾ ਜਿਹਨੇ ਇਹ ਇੰਤਜ਼ਾਮ ਕੀਤਾ, ਸਕੂਲ ਦੇ ਵਿੱਚ ਵਿਆਹ ਹੋਇਆ ਸੀ ਔਰ 400 ਬੰਦਾ ਸੀ, ਤੇ ਜਿਹੜਾ ਆਰਗੇਨਾਈਜ਼ਰ ਸੀ ਉਹਨੂੰ 10,000 ਪਾਉਂਡ ਜੁਰਮਾਨਾ ਹੋਇਆ, ਤੇ ਬਾਕੀ ਜਿਹੜੇ ਫਿਰ ਲੋਕ ਸੀ ਉਹਨਾਂ ਨੂੰ ਵੀ ਜੁਰਮਾਨਾ ਹੋਇਆ, ਤੇ ਕਾਫੀ ਉਹਨਾਂ 'ਚ ਦੌੜ ਭੱਜ ਕੇ ਬਚ ਗਏ। ਜੀ। ਹਾਂਜੀ, ਇੱਦਾਂ ਵੀ ਹੋਈ ਆ। ਹੁਣ ਜਾਂਦੇ ਆਪਾਂ ਕੋਲ ਵੱਲ। ਹੈਲੋ ਜੀ। हेलो जी, जय भीम, जय गुरुदेव जी। जय गुरुदेव जी। कौन सा बोल रहे जी? मैं धर्मचंद महेश बोल रहा जी। हाँ जी, महेश साहब, अच्छा ठीक है जी। जी हाँ जी। मैनू एक्चुअली सबजैक्ट का पता नहीं, गल की करते हैं वैसे ही मैं बाहर हाँ, मेरे मन च आए, मैं क्या भी तुसीं हैगे स्क्रीन पे। हाँ जी। थोड़े नाल दुआ सलाम कर लीजिए। हाँ जी। वैसे तुसीं प्रोग्राम बहुत वधिया करदे हैं जी, थैंक यू। ਅੱਜ ਦਾ ਵਿਸ਼ਾ ਕੀ ਰੱਖਿਆ ਮਹੇਸ਼ ਸਾਹਿਬ? 2-3 ਵਿਸ਼ੇ ਅਸੀਂ ਪਹਿਲਾਂ ਹੀ ਦੱਸੇ ਸੀ ਵੀ ਅਸੀਂ ਕਰਨੇ ਆ, ਪਰ 26 ਜਨਵਰੀ ਇੱਕ ਤਾਂ ਅਸੀਂ 26 ਜਨਵਰੀ ਦੀ ਗੱਲ ਥੋੜੀ ਜਿਹੀ ਕੀਤੀ ਸੀਗੀ, ਉਹ ਕਰਦੇ ਹੀ ਆ ਹਰ ਸਾਲ ਆਪਾਂ, ਤੇ ਦੂਜੀ ਗੱਲ ਵਾਇਰਸ ਤੇ ਕੀਤੀ ਸੀ, ਤੇ ਬਾਕੀ ਜਿਹੜਾ ਕਿਸਾਨਾਂ ਦਾ, ਮਜ਼ਦੂਰ ਕਿਸਾਨ ਏਕਤਾ ਜੋ ਸਾਂਝਾ ਇੱਕ ਪ੍ਰੋਟੈਸਟ ਚੱਲ ਰਿਹਾ ਹੈਗਾ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ, ਲੈਣੀ ਜ਼ਮੀਨ ਵਾਲਿਆਂ ਦਾ ਤੇ ਬਿਨਾਂ ਜ਼ਮੀਨ ਵਾਲਿਆਂ ਦਾ, ਦੋਨਾਂ ਦਾ ਹੀ, ਤੇ ਉਹਦੇ ਬਾਰੇ ਅਸੀਂ ਗੱਲਬਾਤ ਅਜੇ ਚੱਲਦੀ ਆ, ਵਿੱਚ ਹੀ ਅਜੇ। ਚਲੋ ਆਪਾਂ ਕਿਸਾਨ ਮੋਰਚੇ ਤੇ ਕਰ ਲੈਂਦੇ 2 ਮਿੰਟ ਗੱਲ। ਠੀਕ ਹੈ ਜੀ। ਕਿਉਂਕਿ ਵੈਸੇ ਵੀ ਕਾਂਸ਼ੀ ਟੀਵੀ ਦੀ ਜਿਹੜੀ ਟੀਮ ਆ ਉਹ ਕਿਸੇ ਨਾਲ ਵੀ ਬੇਇਨਸਾਫੀ ਹੁੰਦੀ ਹੋਵੇ ਜੀ, ਉਹਦੇ ਆਪਾਂ ਸਾਰੇ ਖਿਲਾਫ ਆ। ਹਾਂਜੀ। ਜਿੱਥੇ ਅਸੀਂ ਕਿਸਾਨ ਮੋਰਚੇ ਦੀ ਸਪੋਰਟ ਕਰਦੇ ਆ ਕਿ ਉਹਨਾਂ ਨੇ ਬੇਇਨਸਾਫੀ ਦਾ ਕਾਨੂੰਨ ਜਿਹੜਾ ਬਣਾਇਆ, ਬੇਇਨਸਾਫੀ ਸਭ ਤੋਂ ਵੱਡੀ ਇਹ ਆ ਕਿ ਜਿਹੜਾ ਸਿਸਟਮ ਆ ਕਾਨੂੰਨ ਬਣਾਉਣ ਦਾ ਉਹਨੂੰ ਫੋਲੋ ਨਹੀਂ ਕੀਤਾ ਗਿਆ। ਉਹਦੇ ਨਾਲ ਬਾਬਾ ਸਾਹਿਬ ਦੀ ਤੋਹੀਨ ਹੋ ਰਹੀ ਆ, ਉਹਦੇ ਨਾਲ ਜਿਹੜਾ ਸਾਡਾ ਵਿਧਾਨ ਆ ਉਹਦੀ ਤੋਹੀਨ ਹੋ ਰਹੀ ਆ। ਅਗਰ ਤੁਸੀਂ ਵਿਧਾਨ ਨੂੰ ਫੋਲੋ ਨਹੀਂ ਕਰਦੇ ਤਾਂ ਫਿਰ ਉਹਦਾ ਉਹ ਜਿਹੜਾ ਗੈਰ ਵਿਧਾਨਕ ਹੋ ਜਾਂਦੀ ਗੱਲ ਜੀ। ਦੂਸਰੀ ਨਾਲ ਇਹਦੇ ਨਾਲ ਮੈਂ ਗੱਲ ਜੋੜਨੀ ਚਾਹੁੰਦਾ, ਜਿਹਦਾ ਨਾਂ ਰੱਖਿਆ ਕਿਸਾਨ ਮਜ਼ਦੂਰ ਮੋਰਚਾ ਜੀ, ਮਜ਼ਦੂਰਾਂ ਤੇ ਇੰਨੀਆਂ ਆਫਤਾਂ ਆਉਂਦੀਆਂ। ਹਾਂਜੀ। ਮੈਂ ਕਦੀ ਕਿਸੇ ਸੰਸਥਾ ਵੱਲੋਂ, ਚਾਹੇ ਇੰਗਲੈਂਡ ਹੋਵੇ, ਚਾਹੇ ਕੈਨੇਡਾ ਹੋਵੇ, ਚਾਹੇ ਅਮਰੀਕਾ ਹੋਵੇ, ਚਾਹੇ ਇੰਡੀਆ ਹੋਵੇ ਜੀ, ਮੈਂ ਨਹੀਂ ਕਦੀ ਸੁਣਿਆ ਨਾ ਦੇਖਿਆ ਕਿ ਵੀ ਕਿਸਾਨ ਇਕੱਠੇ ਹੋ ਕੇ ਕਿਸੇ ਗਰੀਬ ਨਾਲ ਧੱਕਾ ਹੁੰਦਾ ਹੋਵੇ ਉਹਦੇ ਖਿਲਾਫ ਖੜਨ, ਉਹਦੇ ਨਾਲ ਜੀ। ਹਾਂ, ਮਤਲਬ ਕਿਸੇ ਗਰੀਬ ਦੀ ਸਪੋਰਟ ਵਿੱਚ ਮੈਂ ਕਦੀ ਨਹੀਂ ਸੁਣਿਆ ਖੜੇ ਜੀ। ਪਰ ਫਿਰ ਵੀ ਕਿਸਾਨਾਂ ਨਾਲ ਬੇਇਨਸਾਫ ਹੋਈ ਆ ਤਾਂ ਅਸੀਂ ਹਾਂ ਦਾ ਨਾਰਾ ਮਾਰਦੇ ਆ। ਸਾਡੇ ਉੱਤੇ ਲੋਕ ਵੀ ਗਏ ਹੋਏ ਆ, ਇੱਥੇ ਵੀ ਆਪਾਂ ਆਪਣੇ ਪ੍ਰੋਗਰਾਮ ਵਿੱਚ ਕਰਦੇ ਆ। ਇਹ ਇੱਕ ਸੁਨੇਹਾ ਆ ਸਾਰਿਆਂ ਨੂੰ ਵੀ, ਇੱਕ ਸਾਨੂੰ ਇਹ ਅਹਿਸਾਸ ਹੋ ਜਾਣਾ ਚਾਹੀਦਾ ਕਿ ਜਦੋਂ ਕਿਸੇ ਨਾਲ ਧੱਕਾ ਹੁੰਦਾ, ਜੇ ਅਸੀਂ ਚਾਹੁੰਦੇ ਹਾਂ ਸਾਡੀ ਕੋਈ ਸਪੋਰਟ ਕੇ ਸਾਨੂੰ ਵੀ ਉਹਦੀ ਕਰਨੀ ਚਾਹੀਦੀ ਹੈ ਜੀ। ਤੇ
ਕਿਉਂਕਿ ਜਿਹੜੀ ਇਨਸਾਨੀਅਤ ਹੈਗੀ ਆ ਉਹਨੂੰ ਹਮੇਸ਼ਾ ਪ੍ਰਮੋਟ ਕਰਨਾ ਚਾਹੀਦਾ। ਅਸੀਂ ਸਾਡੇ ਸਮਾਜ ਦੀ ਇਹ ਕਮਜ਼ੋਰੀ ਹੈ ਕਿ ਅਸੀਂ ਇਨਸਾਨੀਅਤ ਨੂੰ ਪਿੱਛੇ ਛੱਡ ਦਿੰਦੇ ਹਾਂ। ਅਸੀਂ ਆਪਣਾ ਜਿਹੜਾ ਹੋਂਦ ਆਪਣੀ ਹੋਂਦ ਆ ਉਹਨੂੰ ਮੂਹਰੇ ਰੱਖਦੇ ਹਾਂ ਜੀ। ਇਹ ਸਾਡੇ ਮੁਲਕ ਨੂੰ ਵੀ ਸਾਡੇ ਸਮਾਜ ਨੂੰ ਵੀ ਪਿੱਛੇ ਨੂੰ ਧੱਕ ਰਹੀ ਆ। ਅਗਰ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਇਨਸਾਨ ਸੁਖੀ ਵਸੇ, ਹਰ ਇੱਕ ਇਨਸਾਨ ਨੂੰ ਜਸਟ ਮਿਲੇ, ਤਾਂ ਸਾਨੂੰ ਇੱਕ ਦੂਜੇ ਦੀ ਬਾਂਹ ਫੜ ਕੇ ਚੱਲਣਾ ਚਾਹੀਦਾ। ਜਿੱਦਾਂ ਵਿਆਹ ਸ਼ਾਦੀ ਹੁਣ ਤੁਸੀਂ ਤੀਵੀਆਂ ਦੋਨੇ ਇਕੱਠੇ ਆ, ਇਕੱਠੇ ਬੈਠੇ ਵਧੀਆ ਲੱਗਦੇ। ਜੇ ਇੱਕ ਦਾ ਮੂੰਹ ਉਹਨੂੰ ਹੋਵੇ ਦੂਆ ਉਹਨੂੰ, ਤਾਂ ਫਿਰ ਗੱਲ ਬਣਨੀ ਨਹੀਂ ਜੀ ਜੀ। ਤੁਸੀਂ ਵੀ ਗੁੱਸੇ, ਲੋਕ ਵੀ ਗੁੱਸੇ। ਹੁਣ ਸਾਡੇ ਵਰਗੇ ਭੈਣ ਭਰਾ ਸਾਰੇ ਖੁਸ਼ ਹੁੰਦੇ ਆ ਵੀ ਬਲਵੀਰ ਹੁਣੀ ਵਧੀਆ ਲੱਗਦੇ, ਦੋਨੇ ਬੈਠੇ ਵੀ ਜੱਜਦੇ ਆ। ਠੀਕ ਹੈ ਜੀ। ਇਸ ਕਰਕੇ ਸਮਾਜਿਕ ਗੱਲ ਵੀ ਇਹੀ ਆ ਕਿ ਜੇ ਸਾਰੇ ਇਕੱਠੇ ਹੋ ਕੇ ਚੱਲਣਗੇ, ਇੱਕ ਦੂਜੇ ਦੇ ਦੁੱਖ ਤੇ ਸਾਂਝੇ ਬਣਨਗੇ, ਤਾਂ ਫਿਰ ਸਾਡਾ ਦੁੱਖ ਦਾ ਨਿਪਟਾਰਾ ਵੀ ਜਲਦੀ ਹੋ ਸਕਦਾ ਔਰ ਜ਼ਿੰਦਗੀ ਵਧੀਆ ਹੋ ਸਕਦੀ ਹੈ ਜੀ ਜੀ ਜੀ। ਜਿਹੜੀਆਂ ਸਰਕਾਰਾਂ ਹੈਗੀਆਂ 26 ਜਨਵਰੀ ਦਾ ਇਹ ਜਨਤਾ ਮਨਾਉਂਦੇ ਆ, ਲੇਕਿਨ ਵਿਧਾਨ ਜਿਹੜਾ ਬਾਬਾ ਸਾਹਿਬ ਬਣਾਇਆ ਸੀ ਉਹ ਤਾਂ ਰਹਿਣ ਹੀ ਨਹੀਂ ਦਿੱਤਾ ਜੀ। ਕਿੰਨੀਆਂ ਉਹਦੇ ਵਿੱਚ ਅਮੈਂਡਮੈਂਟ ਕਰਕੇ, ਜਿੱਦਾਂ ਕਿਸੇ ਦਾ ਸੂਦ ਆਉਂਦਾ ਉਹਨੂੰ ਅਮੈਂਡਮੈਂਟ ਕਰਕੇ ਆਪਣੇ ਹਿਸਾਬ ਨਾਲ ਵਰਤੀ ਜਾ ਰਹੇ ਜੀ ਜੀ। ਜਿੰਨੇ ਗਰੀਬਾਂ ਦੇ ਹੱਕ ਹਕੂਕ ਸੀ ਉਹ ਹੌਲੀ ਹੌਲੀ ਸਾਰੇ ਖਤਮ ਕਰੀ ਜਾ ਰਹੇ ਆ। ਤੇ ਸਰਕਾਰਾਂ ਨੂੰ ਵੀ ਇੱਕ ਤਰ੍ਹਾਂ ਦੀ ਚੁਣੌਤੀ ਹੋਣੀ ਚਾਹੀਦੀ ਹੈ। ਜਿਹੜਾ ਕਿਸਾਨ ਮੋਰਚਾ ਉਹਦੇ ਵਿੱਚ ਇਹ ਇਸ਼ੂ ਹੋਣਾ ਚਾਹੀਦਾ ਸੀ, ਵਿਧਾਨ ਵਿੱਚ ਕੋਈ ਤਬਦੀਲੀ ਨਾ ਕੀਤੀ ਜਾਵੇ, ਜਿੱਦਾਂ ਹੈਗਾ ਉਦਾਂ ਹੀ ਉਹਨੂੰ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ, ਤਾਂ ਕਿ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਇਨਸਾਫ ਮਿਲ ਸਕੇ ਜੀ। ਮੈਂ ਇੰਨਾ ਹੀ ਕਹਿੰਦਾ। ਹੋਰ ਕਾਲਰ ਬਹੁਤ ਹੋਣੇ ਸਾਡੇ, ਹੋਰ ਕੋਈ ਗੱਲ ਤੁਸੀਂ ਕਰ ਰਹੇ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ। ਵੈਸੇ ਮੈਨੂੰ ਮੌਕਾ ਨਹੀਂ ਮਿਲਿਆ ਇਹਨਾਂ ਦੇਖਣ ਦਾ। ਠੀਕ ਹੈ ਜੀ, ਪਰ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਥੈਂਕ ਯੂ ਮਹੇਸ਼ ਸਾਹਿਬ। ਥੈਂਕ ਯੂ ਜੀ ਤੁਹਾਡਾ। ਥੈਂਕ ਯੂ ਜੀ। ਹਾਂਜੀ, ਮਹੇਸ਼ ਸਾਹਿਬ ਸੀ, ਧਰਮਚੰਦ ਮਹੇਸ਼ ਸਾਹਿਬ। ਹਾਂਜੀ। ਔਰ ਜਿਹੜੇ ਕਿ ਕਾਂਚੀ ਟੀਵੀ ਦੇ ਉੱਤੇ ਪ੍ਰੋਗਰਾਮ ਆਪਣੇ ਪੇਸ਼ ਕਰਦੇ ਔਰ ਲਿਖਦੇ ਵੀ ਆ ਔਰ ਗੱਲਬਾਤ ਵੀ ਸੋਹਣੀ ਕਰਦੇ ਆ ਜੀ ਜੀ। ਉਹਨਾਂ ਨੇ ਕਿਹਾ ਵੀ ਅਮੈਂਡਮੈਂਟ ਜਿਹੜੀਆਂ ਵਿੱਚ ਤਬਦੀਲੀਆਂ ਹੁੰਦੀਆਂ ਜਿਹੜੀਆਂ ਹੈਗੀਆਂ, ਤਬਦੀਲੀਆਂ ਦੀ ਤਾਂ ਇਹ ਗੱਲ ਹੈ, ਕਈ ਵਾਰੀ ਇਹ ਗੱਲਾਂ ਵੀ ਸੁਣਨ ਨੂੰ ਆਉਂਦੀਆਂ ਬਈ ਦੁਨੀਆ ਦੇ ਇੱਕ ਮਹਾਨ ਵਿਦਵਾਨ ਦਾ ਲਿਖੀ ਹੋਈ ਗੱਲ ਨੂੰ ਅਨਪੜ੍ਹ ਲੋਕ ਹੀ ਢਾ ਦਿੰਦੇ ਆ ਜੀ ਜੀ। ਉਹੀ ਢਾ ਦਿੰਦੇ, ਕਹਿੰਦੇ ਕੁਝ ਵੀ ਨਹੀਂ ਹੈਗਾ। ਇੱਥੇ ਮੈਂ ਦੇਖਿਆ ਆ ਸਾਇੰਟਿਸਟ ਆ ਵੱਡੀ ਵੱਡੀ ਰਿਸਰਚ ਕਰਦੇ ਆ, ਜਿਹੜੇ ਅਨਪੜ੍ਹ ਲੋਕ ਆ, ਜਿਹੜੇ ਕੁਝ ਵੀ ਨਹੀਂ, ਜਿਹਨੀ ਕਿਤਾਬ ਨਹੀਂ ਪੜ੍ਹੀ, ਉਹ ਕਹਿੰਦੇ ਵਾਇਰਸ ਕੁਝ ਨਹੀਂ ਹੈਗਾ, ਤਾਂ ਕੋਈ ਗੱਲ ਨਹੀਂ ਹੈਗੀ, ਕੋਈ ਡਿਗਰੀ ਨਹੀਂ, ਕੋਈ ਗੱਲਬਾਤ ਨਹੀਂ, ਕੋਈ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੁੰਦੀ। ਹੈਲੋ ਜੀ। ਹੈਲੋ ਜੀ, ਨਮਸਤੇ ਜੀ। ਨਮਸਤੇ ਜੀ। ਕੌਣ ਤਾਂ ਕਿੱਥੋਂ ਬੋਲ ਰਿਹਾ ਜੀ? ਮੈਂ ਊਸ਼ਾ ਬੋਲਦੀ ਲੰਡਨ ਤੋਂ। ਹਾਂਜੀ ਊਸ਼ਾ ਜੀ, ਊਸ਼ਾ ਜੀ ਲੰਡਨ ਤੋਂ। ਹਾਂਜੀ ਹਾਂਜੀ। ਮੈਂ ਗੱਲ ਕਰਾਂਗੀ ਜਿਹੜਾ ਉੱਥੇ ਕਿਸਾਨ ਮੋਰਚਾ ਚੱਲ ਰਿਹਾ ਨਾ ਜੀ, ਉਹਦੇ ਤੇ ਕਹਾਂਗੀ। ਹੁਣੇ ਆਪਣੇ ਭਾਜੀ ਕਹਿ ਕੇ ਗਏ ਕਿ ਵੀ ਜਿੱਦਾਂ ਜਦੋਂ ਕੋਈ ਕਿਸੇ ਗਰੀਬਾਂ ਨਾਲ ਹੁੰਦਾ ਫਿਰ ਕੋਈ ਨਹੀਂ ਬੋਲਦਾ ਨਾ। ਹਾਂਜੀ। ਤੇ ਇਹਦੇ ਲਈ ਹਰ ਇੱਕ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਪਹਿਲੇ ਵੀ ਅੱਜ ਤੱਕ ਆਪਣਾ ਸੂਤ ਲਾ ਕੇ ਬਾਅਦ ਚ ਲਾਤੀ ਮਾਰਦੇ ਰਹੇ ਨੇ, ਔਰ ਹੁਣ ਵੀ ਇਹਦਾ ਮਤਲਬ ਕਈਆਂ ਨੂੰ ਗੁੱਸਾ ਵੀ ਲੱਗੂਗਾ, ਪਰ ਸੱਚਾਈ ਇਹੀ ਹੋਣੀ ਆ। ਹੁਣ ਸ਼ਾਇਦ ਲੱਗੇਗਾ ਗੁੱਸਾ, ਲੇਕਿਨ ਜਦੋਂ ਇਹ ਚੀਜ਼ਾਂ ਖਤਮ ਹੋ ਗਈਆਂ, ਉੱਥੋਂ ਸਾਰਾ ਹੋ ਗਿਆ ਖਤਮ ਮੋਰਚਾ, ਜੋ ਵੀ ਫੈਸਲਾ ਹੁੰਦਾ, ਉਸ ਤੋਂ ਬਾਅਦ ਪਤਾ ਚੱਲੇਗਾ ਕਿ ਹਾਂ ਹੁਣ ਲੱਤ ਕਿੰਨੀ ਕੁ ਡੂੰਘੀ ਕੱਸ ਕੇ ਮਾਰੀ ਗਈ ਆ। ਕਿਉਂਕਿ ਆਮ ਹੀ ਤੁਸੀਂ ਦੇਖੋ ਕਿ ਉੱਥੇ ਸਰਪੰਚ ਵੀ ਜਿਹੜੇ ਬਣੇ ਹੋਏ ਆ, ਜਿਹੜਾ ਉੱਥੋਂ ਹਰ ਸਾਲ ਪਿੰਡਾਂ ਦੇ ਵਿੱਚ ਪੈਸੇ ਮਿਲਦੇ ਨੇ ਪਿੰਡ ਨੂੰ ਸਹੀ ਕਰਨ ਲਈ, ਰੋਡ ਰਾਡ ਬਣਾਉਣ ਲਈ, ਗਲੀਆਂ ਜੋ ਵੀ ਆ, ਅੱਜ ਤੱਕ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਕਿਸੇ ਵੀ ਪਿੰਡ ਦੇ ਵਿੱਚ ਵੀ ਉੱਥੇ ਜਿਹੜੇ ਪੈਸੇ ਆਉਂਦੇ ਉਹ ਤਾਂ ਪੂਰੇ ਪਿੰਡ ਲਈ ਆਉਂਦੇ ਆ ਨਾ, ਸਾਰਿਆਂ ਵਾਸਤੇ। ਲੇਕਿਨ ਜਿਹੜੇ ਇਹਨਾਂ ਦੇ ਆਪਣੇ ਜਿੱਧਰ ਇਹਨਾਂ ਦੇ ਘਰ ਹੁੰਦੇ ਆ, ਉਹ ਇਹਨਾਂ ਦੇ ਗਲੀਆਂ ਸਾਰੀਆਂ ਪੱਕੀਆਂ ਹੁੰਦੀਆਂ, ਰੋਡ ਪੱਕੇ ਹੁੰਦੇ ਆ। ਜਿਹੜੇ ਕੋਈ ਦਲਿਤ ਕਮਿਊਨਿਟੀ ਦੇ ਹੋਣਗੇ ਉਧਰ ਹਮੇਸ਼ਾ ਹੀ ਗੰਦ ਹੁੰਦਾ। ਉੱਥੇ ਪੈਸਾ ਕਿਉਂ ਨਹੀਂ ਖਰਚਿਆ ਜਾਂਦਾ? ਕਿਉਂਕਿ ਇਹ ਤੇ ਪਹਿਲੇ ਦਿਨ ਤੋਂ ਹੀ ਇਹ ਚੀਜ਼, ਕਿਸੇ ਦੀ ਜਗ੍ਹਾ ਰੋਕ ਲੈਣੀ, ਹੜੱਪ ਕਰ ਲੈਣਾ, ਕਿਸੇ ਨੂੰ ਮਾਰ ਪੀਟ ਕੇ ਚੀਜ਼ਾਂ ਲੈ ਖੋਹ ਲੈਣੀਆਂ, ਕਿਸੇ ਗਰੀਬ ਦੀਆਂ ਧੀਆਂ ਭੈਣਾਂ ਦੇ ਉੱਤੇ ਖਰਾਬੀ ਕਰਨਾ, ਮਤਲਬ ਇਹ ਚੀਜ਼ਾਂ ਜਦੋਂ ਹੁੰਦੀਆਂ ਆ, ਜਦੋਂ ਜਿਹੜਾ ਬੰਦਾ ਖੁਦ ਹੀ ਕਰਦੇ ਹੋਣ, ਉਹ ਕਿਵੇਂ ਬੋਲਣਗੇ ਉਹਨਾਂ ਵਾਸਤੇ ਵੀ ਜੀ ਇਹ ਖਰਾਬ ਚੀਜ਼ ਹੋ ਰਹੀ ਆ? ਤੇ ਭਾਜੀ ਕਹਿ ਕੇ ਗਏ ਸੀ ਵੀ ਉਦੋਂ ਵੀ ਖੜਨਾ ਚਾਹੀਦਾ ਆ, ਵੀ ਜਦੋਂ ਉਹਨਾਂ ਨਾਲ ਖਰਾਬੀ ਹੁੰਦੀ ਉਦੋਂ ਤਾਂ ਕੋਈ ਨਹੀਂ ਬੋਲਦੇ, ਪਰ ਉਹ ਬੋਲਣਗੇ ਕਿਵੇਂ ਜਦ ਉਹਨਾਂ ਦੇ ਵਿੱਚ ਵੀ, ਜਿਵੇਂ ਆਪਾਂ ਮਨੂ ਸਮ੍ਰਿਤੀ ਕਹਿੰਦੇ ਆ, ਤੇ ਇਹ ਵੀ ਉਹਦੇ ਵਿੱਚ ਹੀ ਅਸੀਂ ਹਮੇਸ਼ਾ ਇਹ ਕਹਿੰਦੇ ਨੇ ਵੀ ਬਾਹਮਣੀ ਕਰਦੇ ਆ, ਬਾਹਮਣੀ ਕਰਦੇ ਆ। ਜਾਂ ਜੇ ਬਾਹਮਣ ਕਰਦੇ ਆ ਤਾਂ ਬਾਹਮਣਾ ਨੇ ਕਿੱਦਾਂ ਇਹਨਾਂ ਦੇ ਹੱਥਾਂ ਨੂੰ ਸੰਗਲ ਪਾਏ ਹੋਏ ਨੇ ਵੀ ਤੁਸੀਂ ਵੀ ਕਰੋ।
ਇਹ ਕਿਉਂ ਕਰਦੇ ਪਏ? ਆਪਾਂ ਜੇ ਕੋਈ ਆਪਾਂ ਨੂੰ ਬੁਰੀ ਚੀਜ਼ ਲੱਗਦੀ ਆ, ਜੇ ਕੋਈ ਕਰਦਾ ਤੇ ਆਪਾਂ ਫਿਰ ਕਿਉਂ ਕਰਦੇ ਆ, ਹਨਾ? ਸੋ ਇਹ ਇਨਸਾਨ ਨੂੰ ਸੋਚਣਾ ਚਾਹੀਦਾ। ਸਿਰਫ ਉਹਦਾ ਵੈਸੇ ਹੱਥ ਜੋੜਦੇ ਆ ਉਹ ਉੱਪਰ ਵਾਲੇ ਦੇ ਅੱਗੇ ਕਿ ਪ੍ਰਮਾਤਮਾ ਕਰੇ ਕਿ ਵੀ ਸਾਰਿਆਂ ਦਾ ਏਕਾ ਹੋਵੇ, ਰਲ ਕੇ ਜੋ ਰਹਿਣਗੇ ਤੇ ਬਹੁਤ ਹੀ ਖੁਸ਼ਹਾਲ ਦੇਸ਼ ਬਣ ਸਕਦਾ। ਪਰ ਲੇਕਿਨ ਜਿਵੇਂ ਅੱਜ ਤੱਕ ਹੁੰਦਾ ਆਇਆ, ਹੁਣ ਵੀ ਇਸ ਵੇਲੇ ਵੀ ਜਦੋਂ ਤੁਸੀਂ ਕਦੀ ਵੀ ਨਜ਼ਰ ਮਾਰ ਕੇ ਦੇਖੋ, ਜਦੋਂ ਵੀ ਨਿਊਜ਼ 'ਚ ਦੇਖੀਦਾ, ਇਹਨਾਂ ਦੇ ਬੰਦੇ ਮੋਹਰੇ ਹੁੰਦੇ ਜਿਹੜੇ ਨਾਲ ਤੋਰੇ ਹੋਏ ਆ ਹੋਰਾਂ ਨੂੰ ਲਿਆ ਕੇ। ਉਹ ਕਿਉਂ ਨਹੀਂ ਮੋਹਰੇ? ਕਦੀ ਦੇਖਿਆ ਤੁਸੀਂ? ਕਦੀ ਨਹੀਂ ਦੇਖਿਆ। ਮੋਹਰੇ ਗਜਰੇਲੇ ਬਣਦੇ, ਜਲੇਬੀਆਂ ਬਣਦੀਆਂ, ਕਦੀ ਉਹਨਾਂ ਗਰੀਬਾਂ ਨੂੰ ਵੀ ਜਿਹੜੇ ਨਾਲ ਲੈ ਕੇ ਤੁਰੇ ਹੋਏ ਆ ਲੜਾਈ ਦੇ ਵਿੱਚ ਮੋਹਰੇ ਕਰਨ ਲਈ, ਉਹਨਾਂ ਨੂੰ ਸਿੱਟਣਾ ਇਹਨਾਂ ਨੇ ਮੋਹਰੇ। ਦੇਖ ਲਿਓ ਤੁਸੀਂ ਬਾਅਦ ਚ, ਤੇ ਉਹ ਇੱਕ ਦੇ ਜਲੇਬੀਆਂ ਇਹੀ ਖਾਣ ਜਾਣਦੇ ਨੇ। ਉਹਨਾਂ ਨੂੰ ਕਦੀ ਖਾਂਦਿਆਂ ਨੂੰ ਦੇਖਿਆ ਤੁਸੀਂ? ਉਹਨਾਂ ਨੂੰ ਗਜਰੇਲਾ ਖਾਂਦਿਆਂ ਨੂੰ ਕਦੀ ਦੇਖਿਆ? ਉਹਨਾਂ ਨੂੰ ਸ਼ਰਦਈ ਪੀਂਦਿਆਂ ਕਦੀ ਦੇਖਿਆ, ਜਿਹੜੇ ਘੋਟ-ਘੋਟ ਪੀਂਦੇ ਨੇ? ਤੋ ਇਹ ਜਿਹੜੀਆਂ ਚੀਜ਼ਾਂ ਕੌੜੀਆਂ, ਸੱਚ ਕੌੜਾ ਜ਼ਰੂਰ ਆ, ਪਰ ਲੇਕਿਨ ਜੋ ਸੱਚ ਆ, ਪਰਮਾਤਮਾ ਕਰੇ ਇਹਨਾਂ ਦੇ ਦਿਮਾਗ ਦੀ ਬੁੱਧੀ ਨੂੰ ਜਰਕ ਠੀਕ ਕਰ ਦੇਵੇ ਕਿ ਜਿਹੜਾ ਕਿ ਇੱਕ ਦੂਜੇ ਨੂੰ ਸਾਰਿਆਂ ਦੀ ਰਿਸਪੈਕਟ ਕਰਨ ਲੱਗਣ ਤੇ ਬਹੁਤ ਹੀ ਅੱਛਾ ਹੋਏਗਾ। ਪਰ ਲੱਗਦਾ ਨਹੀਂਗਾ ਕਿ ਅਫਸੋਸ ਕਿ ਮੈਂ ਕਹਿੰਨੀ ਆ, ਮੇਰੀ ਇਹ ਸੋਚ ਆ ਕਿ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਹੜਾ ਬੰਦਾ ਪਹਿਲੇ ਦਿਨ ਤੋਂ ਹੀ ਤੁਸੀਂ ਹੋਣੀ ਚਾਹੀਦੀ ਕਿ ਉਹਨਾਂ ਦੀ ਇਹ ਚੀਜ਼ ਦੱਸ ਰਹੀ ਆ। ਜਦੋਂ ਤੁਸੀਂ ਆਪ ਹੀ ਕਹੀ ਜਾਂਦੇ ਆ ਜੀ ਅਸੀਂ ਕਿਸਾਨ, ਕਿਆ ਜਿਹੜੇ ਨਾਲ ਤੁਰੇ ਹੋਏ ਉਹਨਾਂ ਦਾ ਨਾਮ ਕਿਉਂ ਨਹੀਂ ਨਾਲ ਆ ਰਿਹਾ? ਥੈਂਕ ਯੂ ਊਸ਼ਾ ਜੀ। ਊਸ਼ਾ ਜੀ ਹੈਲੋ। ਊਸ਼ਾ ਜੀ, ਪਰਮਾਤਮਾ ਦੇ ਅੱਗੇ ਦੁਆ ਆ ਕਿ ਵੀ ਚਲੋ ਸਾਰਿਆਂ ਨੂੰ ਅਗਰ ਜੇ ਇਹੋ ਜਿਹਾ ਬੁੱਧੀ ਗਿਆਨ ਦੇ ਦੇਵੇ ਤੇ ਸਾਰੇ ਅੱਛੇ ਹੋ ਜਾਣ ਜੀ। ਓਕੇ ਜੀ, ਥੈਂਕ ਯੂ ਊਸ਼ਾ ਜੀ। ਬਹੁਤ ਵਧੀਆ ਗੱਲਾਂ ਕਰਦੇ ਲੰਡਨ ਤੋਂ ਸੀਗੇ ਜੀ। ਹਾਂਜੀ, ਗੱਲ ਤਾਂ ਇਹ ਹੈਗੀ ਜਦੋਂ ਅਸੀਂ ਆਪਸ ਵਿੱਚ ਗੱਲਾਂ ਕਰਦੇ ਉਦੋਂ ਪਤਾ ਲੱਗਦਾ ਗੱਲ ਦਾ ਵੀ ਜਦੋਂ ਕੋਈ ਵਿਚਾਰ ਵਟਾਂਦਰਾ ਹੁੰਦਾ ਬਈ ਜਿੱਦਾਂ ਊਸ਼ਾ ਜੀ ਨੇ ਗੱਲਾਂ ਕੀਤੀਆਂ, ਜਿੱਦਾਂ ਧਰਮਚੰਦ ਮਹੇ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਦੱਸਦਾ ਤਾਂ ਹੁੰਦਾ ਹੀ ਹੈ। ਗੱਲਬਾਤ ਇਹ ਹੈ ਵੀ ਕਮੀਆਂ ਤਾਂ ਬਹੁਤ ਆ, ਬਹੁਤ ਜ਼ਿਆਦਾ ਕਮੀਆਂ ਆ। ਹਾਂਜੀ, ਇਹ ਤਾਂ ਸ਼ੀਸ਼ਾ ਸਾਹਮਣੇ ਹੀ ਆ। ਇਹ ਤਾਂ ਕੋਈ ਇਦਾਂ ਦੀ ਗੱਲ ਹੈ ਨਹੀਂ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਮੀਆਂ ਨਹੀਂ ਹੈਗੀਆਂ। ਔਰ ਇਹ ਕਮੀਆਂ ਹੈਗੀਆਂ ਨਾ ਬਰਾਬਰਤਾ ਦੀਆਂ। ਜੇ ਬਰਾਬਰਤਾ ਹੋਵੇ ਤਾਂ ਇਕੱਠ ਤਾਂ ਬਹੁਤ ਸੋਹਣਾ ਹੈ, ਕਿਉਂਕਿ ਨਾ ਬਰਾਬਰਤਾ ਹੈਗੀ ਆ। ਔਰ ਇਹ ਨਾ ਬਰਾਬਰਤਾ ਤਾਂ ਚੱਲੀ ਆਉਂਦੀ, ਬਹੁਤ ਜ਼ਿਆਦਾ ਭੈੜੀ ਨਾ ਬਰਾਬਰਤਾ ਹੈ ਜਿਹੜੀ ਅਸੀਂ ਕਹਿੰਦੇ ਅਸੀਂ ਵੀ ਇੱਕੋ ਜਿਹੇ ਹੈਗੇ। ਇੱਕੋ ਜਿਹਾ ਹੋ ਹੀ ਨਹੀਂ ਸਕਦੇ, ਕਿਉਂਕਿ ਤੁਸੀਂ ਬਰਾਬਰ ਹੀ ਨਹੀਂ ਹੈ। ਪਹਿਲੀ ਗੱਲ ਤਾਂ ਪਹਿਲਾਂ ਤੁਹਾਨੂੰ ਬਰਾਬਰ ਹੋਣਾ ਪੈਂਦਾ, ਫਿਰ ਤੁਸੀਂ ਇੱਕੋ ਜਿਹਾ ਹੋ ਸਕਦੇ ਹੈਗੇ। ਹਾਂਜੀ, ਹੈਲੋ ਜੀ। ਹੈਲੋ ਜੀ। ਹੈਲੋ ਜੀ, ਕੌਣ ਤਾਂ ਕਿੱਥੋਂ ਬੋਲ ਰਿਹਾ ਜੀ? ਮੈਂ ਇਹ ਤੋਂ ਬੋਲਦੀ। ਹਾਂਜੀ, ਆਪਣਾ ਨਾਮ ਦੱਸੋ ਜੀ। ਨਾਮ ਗੁਰਬਖਸ਼। ਗੁਰਬਖਸ਼ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਭੈਣ ਜੀ? ਨਹੀਂ, ਮੈਂ ਇਹੀ ਕਹਿਣਾ, ਜਿਹੜੇ ਕਹਿੰਦੇ ਆ ਕਿਸਾਨ ਮੋਰਚੇ ਲਈ ਵੀ, ਕਿਸਾਨ ਮੋਰਚੇ ਉਹ ਸਾਰੇ ਏਕਤਾ, ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਕੇ ਨਾਰਾ ਲਾਉਂਦੇ ਆ। ਹਾਂਜੀ, ਜੁਦਾ ਤਾਂ ਹੈ ਨਹੀਂ ਕਿਸੇ ਦਾ। ਮਜ਼ਦੂਰ ਵੀ ਹੁਣ ਜੇ ਕਿਸਾਨ ਖੇਤੀ ਕਰਨਗੇ ਤਾਂ ਮਜ਼ਦੂਰ ਵੀ ਉੱਥੇ ਕੰਮ ਕਰ ਸਕਦੇ ਆ ਜੀ। ਜੇ ਹੁਣ ਖੇਤੀ ਨਹੀਂ ਹੋਊਗੀ, ਉਹਨਾਂ ਦੇ ਕੋਲ ਖੇਤ ਹੀ ਨਹੀਂ ਹੋਣਗੇ ਕਿਸਾਨਾਂ ਕੋਲ, ਤਾਂ ਮਜ਼ਦੂਰਾਂ ਨੂੰ ਵੀ ਕੰਮ ਕਿੱਥੋਂ ਮਿਲੂਗਾ ਜੀ? ਇਹ ਇੱਕੋ ਹੀ ਆ, ਏਕਤਾ ਹੀ ਆ। ਇਕੱਠੇ ਹੀ ਬੈਠੇ ਉੱਥੇ ਇੰਨੇ 2 ਮਹੀਨੇ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ, ਸੜਕ ਤੇ ਸੌਂਦੇ ਆ। ਉਹ ਤਾਂ ਬਹੁਤ ਮੰਦੀ ਹਾਲਤ ਚ ਉੱਥੇ ਹੈਗੇ। ਜੇ ਆਪਾਂ ਇੱਥੇ ਬੈਠੇ ਸੋਚੀ ਜਾਈਏ, ਔਖੇ ਆ ਜੀ। ਦੁੱਖ ਮੰਨਦੇ ਭੈਣ ਜੀ, ਇਸ ਗੱਲ ਦਾ ਬਹੁਤ ਦੁੱਖ ਮੰਨਦੇ। ਸਾਡੇ ਮਾਂ-ਬਾਪ ਵਰਗੇ ਆ, ਸਾਰੇ ਭੈਣ ਭਰਾ ਆ, ਸਾਰੇ। ਅਸੀਂ ਨਹੀਂ ਕਹਿੰਦੇ। ਜਦੋਂ ਕਈ ਕਾਲਰ ਗੱਲ ਕਰਦੇ ਆ ਵੀ ਨਾਲ ਨਹੀਂ ਰਲ ਕੇ ਤੁਰਦੇ, ਉਹ ਤਾਂ ਕਹਿੰਦੇ ਸਾਡੇ ਨਾਲ ਲੜੋ, ਤੁਸੀਂ ਸਾਰੇ ਸਾਡੇ ਨਾਲ ਆਓ, ਅਸੀਂ ਵੀ ਆਵਾਜ਼ ਉਠਾਉਣੇ ਤੁਹਾਡੇ ਲਈ, ਤੁਸੀਂ ਵੀ ਸਾਡੇ ਨਾਲ ਲੜੋ। ਨਹੀਂ, ਰਲਦੇ ਤਾਂ ਹੈ, ਨਾਲ ਗਏ ਤਾਂ ਹੈ, ਬਹੁਤ ਬੱਚੇ ਗਏ ਨਾਲ, ਫੈਮਲੀਆਂ ਬਹੁਤ ਗਈਆਂ ਆ ਆਪਣੇ ਵੀ। ਅਨੇਕਾਂ ਲੋਕ ਆ, ਸਾਰੇ ਭਾਰਤ ਤੋਂ ਹੀ, ਦੇਸ਼ ਸਾਰੇ ਤਕਰੀਬਨ ਸਾਰੀਆਂ ਸਟੇਟਾਂ ਤੋਂ ਹੀ ਹੈਗੇ ਲੋਕ ਉੱਥੇ ਜੀ। ਹਾਂਜੀ, ਥੈਂਕ ਯੂ ਤੁਹਾਡਾ ਗੁਰਬਖਸ਼ ਜੀ। ਥੈਂਕ ਯੂ ਤੁਹਾਡਾ ਜੀ। ਥੈਂਕ ਯੂ ਜੀ। ਹਾਂਜੀ, ਅਸੀਂ ਇਹ ਵੀ ਗੱਲਬਾਤ ਕਰਦੇ ਸੀ। ਅਸੀਂ ਤਾਂ ਗੱਲਬਾਤ ਇਹ ਅਸੀਂ ਛੇੜੀ ਸੀ, ਪਰ ਅਸੀਂ ਸੋਚਦੇ ਸੀ ਅਸੀਂ ਬਾਅਦ ਵਿੱਚ ਚਲੋ ਅਸੀਂ, ਕਿਉਂਕਿ 26 ਜਨਵਰੀ ਜਿਹੜਾ ਗਣਤੰਤਰ ਦਿਵਸ ਹੈਗਾ ਨਾ, ਉਹਦੀ ਆਪਾਂ ਗੱਲਬਾਤ ਕੀਤੀ ਸੀ। ਪਰ ਗੱਲ ਇਹ ਹੈਗੀ ਹੈ ਵੀ ਅਸੀਂ ਹੁਣ ਜਿਹੜਾ ਵਾਇਰਸ ਹੈ ਉਹਦੇ ਬਾਰੇ ਥੋੜ੍ਹੀਆਂ ਗੱਲਾਂ ਕਰ ਲਈਏ ਦੋਸਤੋ। ਜਿਹੜਾ ਇਹ ਵਾਇਰਸ ਹੈਗਾ, ਗੱਲਬਾਤ ਤਾਂ ਚੱਲਦੀ, ਪਰ ਹੁਣ ਗੱਲ 3 ਆਪਾਂ ਛੇੜੀਆਂ ਆ ਜੀ। ਇਹਦਾ ਜਿਹੜਾ ਅਸਰ ਆ, ਹੁਣ ਜਿਹੜੀ ਗਿਣਤੀ ਉਹ ਤਾਂ ਘਟ ਰਹੀ ਹੈਗੀ ਆ, ਪਰ ਮੌਤਾਂ ਦੀ ਗਿਣਤੀ ਕਾਫੀ ਵੱਧ ਹਾਲੇ ਹੈਗੀ ਆ। ਤਕਰੀਬਨ 10,000 ਮੌਤ ਜਿਹੜੀ ਹਫ਼ਤੇ ਦੇ ਵਿੱਚ ਹੋ ਜਾਂਦੀ ਆ। 10,000 ਘਰ ਖਾਲੀ ਹੋ ਜਾਂਦਾ ਹੈਗਾ, ਔਰ 10,000 ਬਹੁਤ ਢੇਰੀਆਂ ਲੱਗ ਜਾਂਦੀਆਂ। ਹੁਣ ਜੇ ਅਸੀਂ 10,000 ਦੀ ਸੌਖੀ ਜਿਹੀ ਵੀ ਗੱਲ ਕਰੀਏ, ਜੇ ਅਸੀਂ
ਮੇਰਾ ਖਿਆਲ ਪਿੰਡਾਂ ਦੇ ਵਿੱਚ 2000 ਤੋਂ ਵੱਧ ਦੀ ਗਿਣਤੀ ਨਹੀਂ ਹੁੰਦੀ। ਨਹੀਂ ਜੇ ਕਿਤੇ ਖੜ ਜਾਣ ਤਾਂ ਦੇਖੋ ਤੁਸੀਂ ਲਾਈਨਾਂ ਹੀ ਲੱਗ ਜਾਣੀਆਂ। ਹਾਂ ਜੇ ਸਧਾਰਨ ਅਸੀਂ ਗੱਲਾਂ ਸਾਡੇ ਪਿੰਡ ਵੀ ਚੰਗੇ ਆ, ਪਰ ਜੇ ਗੱਲੀਏ ਮੇਰਾ ਖਿਆਲ 2000 ਤੋਂ ਵੱਧ ਗਿਣਤੀ ਨਹੀਂ ਹੋਣੀ ਹੈ ਨਾ। ਜੇ 2000 ਦੀ ਵੀ ਗਿਣਤੀ ਹੋਵੇ ਤੇ 10000 ਹਫ਼ਤੇ ਦਾ ਹੋਵੇ ਤਾਂ 5 ਪਿੰਡ ਹੋ ਜਾਂਦੇ ਆ ਤੇ 5 ਪਿੰਡ ਜਾਣੀ ਖਤਮ ਹੋ ਜਾਂਦੇ ਹੈਗੇ ਆ। ਤੇ ਇਹ ਪਤਾ ਨਹੀਂ ਲੱਗਦਾ ਕਰਕੇ ਆਪਾਂ ਨੂੰ ਇਹ ਗੱਲਾਂ ਹੈਗੀਆਂ। ਹੁਣ ਤਾਂ ਜ਼ਿਆਦਾ ਹੀ ਨਹੀਂ ਪਤਾ ਲੱਗਦਾ, ਕੋਈ ਅਫਸੋਸ ਨੂੰ ਨਹੀਂ ਜਾ ਸਕਦਾ, ਕੋਈ ਜਿੱਦਾਂ ਹੁਣ ਗੱਡ ਏਡੀ ਲੰਮੀ ਆ ਵੀ ਆਪਣੇ ਕੋਲ ਟਾਈਮ ਥੋੜਾ ਰਹਿੰਦਾ ਜਾਂਦਾ ਤੇ ਸਰਕਾਰ ਨੇ ਇਹ ਕਿਹਾ ਵੀ ਜੇ ਸਕੂਲਾਂ ਦਾ ਪਤਾ ਨਹੀਂ ਕਦੋਂ ਖੁੱਲਣਗੇ ਜੀ। ਇਹ ਸ਼ਾਇਦ ਈਸਟਰ ਤੋਂ ਬਾਅਦ ਦੀ ਗੱਲਬਾਤ ਹੈਗੀ ਆ, ਪਰ ਇਹ ਦੇਖੋ ਕਿੱਧਰ ਨੂੰ ਗੱਲਬਾਤ ਜਾਂਦੀ ਹੈਗੀ ਆ। ਤੇ ਤਕਰੀਬਨ ਕਹਿੰਦੇ ਵੀ ਅਜੇ ਵੀ ਨਾ ਜਿਹੜੇ ਮਰੀਜ਼ ਹੈਗੇ ਨਾ, ਜਦੋਂ ਅਪ੍ਰੈਲ ਦੇ ਵਿੱਚ ਲੋਕਡਾਊਨ ਹੋਇਆ ਸੀ ਤਕਰੀਬਨ 3000 ਦੇ ਨੇੜੇ ਤੇੜੇ ਜਿਹੜੇ ਮਕੈਨੀਕਲ ਵੈਂਟੀਲੇਟਰ ਇੱਕ ਹੁੰਦਾ ਆ ਉਹਦੇ ਉੱਤੇ ਸੀਗੇ, ਜਿਹੜਾ ਉਹ ਬਿਜਲੀ ਨਾਲ ਚੱਲਦਾ। ਇੱਕ ਤਾਂ ਉੱਦਾਂ ਹੀ ਚੱਲਦਾ ਰਹਿੰਦਾ ਤੁਹਾਡੇ ਸਾਹ ਨਾਲ, ਪਰ ਮਕੈਨੀਕਲ ਵੈਂਟੀਲੇਟਰ ਉਦੋਂ ਲੱਗਦਾ ਜਦੋਂ ਤੁਹਾਡੇ ਵਿੱਚ ਤਾਕਤ ਨਹੀਂ ਹੁੰਦੀ ਸਾਹ ਲੈਣ ਦੀ, ਤੁਹਾਡੇ ਲਾ ਕੇ ਚਲਾਉਂਦੇ। ਸੋ ਉਹ ਜਿਹੜੇ ਅਜੇ ਵੀ 4000 ਬੰਦਾ ਤਕਰੀਬਨ ਉਹਦੇ ਉੱਤੇ। ਹੈਲੋ ਜੀ, ਹੈਲੋ ਜੀ, ਜੈ ਗੁਰਦੇਵ ਭੈਣ ਜੀ। ਧੰਨ ਗੁਰਦੇਵ ਜੀ, ਗੁਰਮੀਤ ਸੁਣ ਜੀ। ਹਾਂਜੀ ਭਾਜੀ ਨੂੰ ਜੈ ਗੁਰਦੇਵ। ਸਵਾਗਤ ਹੈ ਭੈਣ ਜੀ ਤੁਹਾਡਾ। ਹਾਂਜੀ ਕਿੱਦਾਂ ਸਿਹਤਾਂ ਠੀਕ ਹੈ? ਹਾਂਜੀ ਠੀਕ ਹੈ, ਤੁਸੀਂ ਸੁਣਾਓ ਠੀਕ ਹੈ ਭਾਜੀ ਹੁਣੇ ਬੱਚੇ ਸਾਰੇ? ਹਾਂਜੀ ਸਭ ਠੀਕ ਹੈ। ਹਾਂਜੀ ਜੀ ਠੀਕ ਹੈ ਰਹੋ ਬਸ। ਹਾਂਜੀ ਮੈਂ ਕਹਾਂ ਤੁਸੀਂ ਜਿਹੜੇ ਉੱਥੇ ਮਜ਼ਦੂਰ ਬੈਠੇ ਆ ਆਪਣੇ ਕਿਸਾਨ ਏਕਤਾ ਜਿੱਦਾਂ ਦਿੱਲੀ ਜੀ, ਉੱਦਾਂ ਤਾਂ ਅਸੀਂ ਤਾਂ ਇਹ ਹੱਥ ਜੋੜਦੇ ਆ ਭੈਣ ਜੀ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣ। ਹਾਂਜੀ ਤੇ ਆਪਣੇ ਪਰਿਵਾਰਾਂ ਚ ਆਉਣ। ਪਰ ਇਦਾਂ ਆ ਆਪਣੇ ਵੀ ਬੱਚੇ ਬਹੁਤ ਆਪਣੇ ਟੱਬਰਾਂ ਦੇ ਟੱਬਰ ਗਏ ਹੋਏ ਆ। ਹਾਂਜੀ ਬਹੁਤ ਗਏ ਆ। ਆਪਾਂ ਨੇ ਗੁੱਸਾ ਨਹੀਂ ਕੋਈ ਵੀ ਪਰ ਉਹਨੇ ਕਦੇ ਨਾਂ ਨਹੀਂ ਲਿਆ ਪਰ ਸਾਡੇ ਨਾਲ ਮਜ਼ਦੂਰ ਆਏ ਹੋਏ ਆ। ਕਦੇ ਵੀ ਨਹੀਂ ਦਿਖਾਲੇ ਵੀ ਨਹੀਂ ਕਦੇ। ਤੇ ਸਵੇਰੇ ਆਪਾਂ ਨਿਊਜ਼ ਕੱਲ ਦੀ ਨਿਊਜ਼ ਵਿੱਚ ਅਸੀਂ ਕਾਂਚੀ ਟੀਵੀ ਦੇ ਵਿੱਚ ਦੇਖਿਆ ਵੀ ਇੱਕ ਲੜਕੀ ਆ ਉਹਦੇ ਨਾਲ ਤੇ ਉੱਥੇ ਗਈ ਦੇ ਨਾਲ ਉਹਦੇ ਨਾਲ ਹੱਤਿਆਚਾਰ ਹੋਇਆ, ਉਹ ਕਿਸੇ ਨਿਊਜ਼ ਵਿੱਚ ਨਹੀਂ ਦਿਖਾਲੇ ਆਏ ਨੇ। ਜੀ ਜੀ ਜਦੋਂ ਉੱਥੇ ਸਾਰਿਆਂ ਦੀ ਦੱਸਦੇ ਆ ਜੇ ਉਹ ਗਰੀਬਾਂ ਦੀ ਧੀ ਆ ਉਹਦੀ ਵੀ ਗੱਲ ਇਹਨਾਂ ਨੂੰ ਦੱਸਣੇ ਦਾ ਇਹਨਾਂ ਦਾ ਫਰਜ਼ ਸੀਗਾ। ਜੀ ਜੀ ਹੁਣ ਭੈਣ ਜੀ ਗਿਓ ਬਹੁਤ ਦੁਨੀਆ ਉੱਥੇ ਕੋਈ ਨਹੀਂ ਪਿੱਛੇ ਵਿਚਾਰੇ ਕੀਤੇ ਹੋਏ ਆ, ਮੋਰੇ ਉਹਨਾਂ ਨੂੰ ਕਿਸੇ ਨੂੰ ਨਹੀਂ ਦਿਖਾਉਣੇ ਆ। ਜੀ ਜੀ ਹਾਂਜੀ ਇਹ ਤਾਂ ਸਾਡਾ ਇੱਕ ਹੋਣਾ ਆ, ਇਹਦੇ ਵਿੱਚ ਕੋਈ ਮਾਇੰਡ ਨਾ ਕਰੇ ਨਾ ਕੋਈ ਗੁੱਸਾ ਕਰੇ। ਜੀ 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 ਤੇ ਇਹ ਤਾਂ ਇੱਕ ਹੋਣਾ ਜਦ ਸਾਡੇ ਦਿਲਾਂ ਦੇ ਜਿਹੜੇ ਖੋਟ ਇਹ ਜਾਣੇ ਆ। ਹਾਂਜੀ 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 ਤੇ ਜਦੋਂ ਅਸੀਂ ਇੱਕ ਦੂਜੇ ਨੂੰ ਮੰਨਣ ਲੱਗ ਪਏ ਹੁਣ ਜੇ ਅਸੀਂ ਇਦਾਂ ਤਾਂ ਨਹੀਂ ਹਰ ਕਿਸੇ ਕੋਲ ਤਾਂ ਨਹੀਂ ਹੈ ਕਿ ਜਿੱਦਾਂ ਜ਼ਮੀਨ ਠੀਕ ਆ ਸਾਡਾ ਉਹਨਾਂ ਬਗੈਰ ਨਹੀਂ ਸਰਦਾ, ਉਹਨਾਂ ਤੋਂ ਸਾਡੇ ਬਗੈਰ ਨਹੀਂ ਸਰਦਾ। ਹਾਂਜੀ ਭੈਣ ਜੀ ਹੁਣ ਆਪਣਾ ਟਾਈਮ ਹੋ ਗਿਆ ਤੇ ਥੈਂਕ ਯੂ ਤੁਹਾਡਾ। ਹਾਂਜੀ ਪਰ ਇਹੀ ਸੁਨੇਹਾ ਆ ਪਰ ਇੱਕ ਉਹਨਾਂ ਨੂੰ ਵੀ ਵਿਚਾਰਿਆਂ ਦਾ ਨਾਂ ਲੈਣ ਤੇ ਸਾਡੇ ਨਾਲ ਆਏ ਹੋਏ ਆ, ਦੂਰ ਵੀ ਆਏ ਹੋਏ ਆ। ਥੈਂਕ ਯੂ ਤੁਹਾਡਾ ਜੀ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ। ਹਾਂਜੀ ਸਮਾਂ ਤਾਂ ਥੋੜਾ ਰਹਿ ਗਿਆ ਤੇ ਗੱਲਾਂ ਹੁਣ ਕੋਈ ਕੰਪਲੀਟ ਨਹੀਂ ਹੋਣੀ ਹੈਗੀ। ਸੋ ਗੱਲ ਸਾਡੇ ਵਿੱਚ ਕੱਟ ਆਫ ਹੋ ਗਿਆ ਸੀਗਾ ਨਾ, ਸਾਡਾ ਪ੍ਰੋਗਰਾਮ ਕੱਟ ਆਫ ਹੋ ਗਿਆ ਸੀ ਇਸ ਕਰਕੇ। ਸੋ ਅਸੀਂ ਕਹਿੰਦੇ ਵੀ ਹੁਣ ਵੈਕਸੀਨ ਚੱਲਦੀ ਆ, ਤੁਸੀਂ ਜੇ ਤੁਹਾਨੂੰ ਚਿੱਠੀਆਂ ਆਉਂਦੀਆਂ ਤਾਂ ਮਿਸ ਨਾ ਕਰਿਓ, ਵੈਕਸੀਨ ਲਵਾ ਲਿਓ ਤਾਂ ਕਿ ਫਾਇਦਾ ਹੋਵੇ ਤੁਹਾਨੂੰ ਤੇ ਅੱਗੇ ਵਧਣ ਤੋਂ ਇਹ ਰੁਕ ਸਕੇ। ਅਸੀਂ ਜਿਹੜਾ ਇਧਰੋਂ ਸੇਵਾ ਆਈ ਆ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ, ਥੈਂਕ ਯੂ ਕਰਦੇ ਆ ਤੇ ਉਹ ਤੰਦਰੁਸਤ ਰਹਿਣ। ਬਾਕੀ ਜਿੰਨੇ ਭੈਣ ਭਰਾ ਆਏ ਆ ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਕਰਦੇ ਆ ਤੇ ਸਾਡੇ ਵੱਲੋਂ ਬਹੁਤ ਪਿਆਰ ਦੇ ਨਾਲ ਜੈ ਗੁਰਦੇਵ ਜੀ।